ਬੂਟਾ ਸਾਹਿਬ, ਗੱਲ ਇੰਝ ਹੈ ਕਿ ਤੁਸੀਂ ਆਪਣੀ ਗੱਲ 'ਤੇ ਕਾਇਮ ਅਗਰ ਰਹਿ ਸਕੋ ਕਿ ਤੁਸੀਂ ਮੰਨ ਜਾਓਗੇ 40 ਅਬਦਾਲ ਤੁਹਾਨੂੰ ਵਿਖਾ ਦਈਏ ਤੇ ਅਸੀਂ ਤੁਹਾਨੂੰ ਵਿਖਾ ਦਿੰਦੇ ਹਾਂ। ਪਰ ਇਹ ਵੀ ਤੁਹਾਡੀ ਕਿਸਮਤ 'ਚ ਨਹੀਂ ਹੋਣਾ। ਤੁਸੀਂ 14ਵੀਂ ਸਦੀ ਦੇ ਮੌਲਵੀ ਹੋ, ਤੁਹਾਡੇ ਮਤਲਬ ਨਬੀ ਪਾਕ ਸੱਲਮ ਨੇ ਫਰਮਾਇਆ ਕਿ ਤੁਸੀਂ ਅਸਮਾਨ ਦੇ ਥੱਲੇ ਬਦਤਰੀਨ ਮਖਲੂਕ ਹੋ ਤੇ ਨਾ ਉਹਦੇ 'ਚ ਉਸ ਟੋਲੇ 'ਚੋਂ ਨਿਕਲ ਆਓ, ਵਾਪਸ ਆ ਜਾਓ। ਉਹ ਮੌਲਵੀ ਜਾਣ ਛਡਾਉਂਦੇ ਹੁੰਦੇ ਹਨ, ਚਾਚਾ ਜੀ ਅਸੀਂ ਤੁਹਾਡੇ ਨਾਲ ਫੇਰ ਕਰਾਂਗੇ ਗੱਲ। ਉਹ ਜਿੱਥੇ ਕੋਈ ਜਾਂਦੇ ਹਨ, ਪਸਰੂਰ, ਕਚਹਿਰੀ, ਰਸਤੇ, ਪਿੰਡ, ਜਿੱਥੇ ਮੌਲਵੀ ਲੱਭ ਜਾਂਦਾ ਇਹਨਾਂ ਨੂੰ ਘੇਰ ਲੈਂਦੇ ਹੁੰਦੇ ਹਨ, ਉਹਦੀ ਨਹੀਂ ਜਾਣ ਛੱਡਦੇ। ਹਮ ਗਰੀਬੋਂ ਕੀ ਹੈ ਤੁਮੀ ਪੇ ਨਜ਼ਰ, तुम मसीहा बनो खुदा के लिए। यारो मसीह वक्त के थी जिन की इंतज़ार। अऊज़ु बिल्लाहि मिनश शैतानिर रजीम। बिस्मिल्लाहिर रहमानिर रहीम। सामीन कराम, आपने कुछ हफ़्ते कबल अल-कलम पर चौधरी अल्लाह दित्ता पन्नू साहिब की कबूलियत अहमदियत का ईमान अफरोज़ वाक़या सुना कि किस तरह ये सलीम फ़ितरत नौजवान अहमदियों के सरकारी मुसलमानों के हाथों जलते हुए घरों को देखकर इस नतीजे पर पहुँच गया कि अबू जहल और कुफ़ार मक्का के नक्शे कदम पर चलने वाले ज़ालिम मुसलमान हो ही नहीं सकते। आगोश इस्लाम अहमदियत में आने के बाद अल्लाह ताला ने इस नौजवान के दिल में तबलीग अहमदियत का ऐसा जोश पैदा किया कि इसका उठना बैठना ओढ़ना बिछोना तबलीग अहमदियत हो गया। अल्लाह ताला ने चौधरी अल्लाह दित्ता साहिब के सच्चे जज्बों और कोशिशों को कबूल करते हुए उन्हें पै दर पै फल अता किए और इनके हाथों दर्जनों सईद फितरतों ने अहमदियत कबूल कर ली। हमारी आज की पॉडकास्ट चौधरी साहिब की तबलीग अहमदियत के ईमान अफरोज़ वाक़यात से मुतल्लिक़ है। अहमदी बहनों भाइयों को अगर हमारी ये पॉडकास्ट अच्छी लगे तो चौधरी अल्लाह दित्ता पन्नू साहिब और खाकसार के लिए दुआ करें कि अल्लाह ताला हमारी इस कोशिश को कबूल फरमाते हुए अपनी रज़ा, नेकी और तकवा की राहों पर चलाए। नेक फितरत गैरस जमात मुसलमानों से दरख्वास्त है कि बुग़्ज़ व अनाद में लुथड़े मुखालिफिन अहमदियत की तरफ से अहमदियत के ख़िलाफ़ यक तरफ़ा ज़हर आलूद गलत मालूमात पर यकीन करने की बजाय अज़ ख़ुद अहमदियत का मुतालिया करें और अल्लाह ताला से रहनुमाई चाहें ता बरोज़े हशर आ हज़ूर सल्लल्लाहु अलैहि वसल्लम के इस ताकीदी हुक्म के नाफरमान न ठहरें कि जिसमें आप सल्लल्लाहु अलैहि वसल्लम ने फरमाया कि जब तुम उसे देखो तो उसकी ज़रूर बैत करना, खा तुम्हें बर्फ़ के तोदों पर घुटनों के बल भी जाना पड़े, क्योंकि वो खुदा का खलीफा महदी होगा। ਉਹ ਗੱਲ ਕਰਦੇ ਆ ਨਾ ਵਿੱਚੋਂ ਉਹ ਥੋੜ੍ਹਾ ਜਿਹਾ ਹਿੱਸਾ ਉਹਦਾ ਰਹਿ ਗਿਆ ਸੀ, ਜਿਹੜੀ ਗੱਲ ਬਸ਼ੀਰ ਦੀ ਬਹਿਤ ਵਾਲੀ ਸੀ ਨਾ, ਕਿ ਉਹਦੇ ਬਾਅਦ ਸ਼ੁਰੂ ਕੀਤੀ ਤਬਲੀਗ, ਫਿਰ ਬਸ਼ੀਰ ਨੇ ਪਹਿਲੀ ਬਹਿਤ ਕੀਤੀ, ਫਿਰ ਇਸ ਤਰ੍ਹਾਂ ਨਾ ਉਹਦੇ ਬਾਅਦ ਨਾਲ ਹੀ ਨਾ ਉਹ ਉਹਨਾਂ ਦਿਨਾਂ ਦੇ ਵਿੱਚ ਹੀ ਕੋਈ 6 ਬਹਿਤਾਂ ਹੋਈਆਂ ਸਨ ਫੌਰਨ, ਅਤੇ ਕੋਲ 2 ਹਫ਼ਤੇ ਲਾ ਲਓ, ਇਹ ਇਸ ਤੋਂ ਜ਼ਿਆਦਾ ਨਹੀਂ, ਮਹੀਨਾ ਤਕਰੀਬਨ, ਲੇਕਿਨ ਹੋਈਆਂ ਜਲਦੀ ਸਨ। 6 ਬੈਤਾਂ ਪਹਿਲੀ ਕੀਤੀ ਬਸ਼ੀਰ ਨੇ ਸੀ, ਉਹਦੇ ਬਾਅਦ ਦੂਸਰਾ, ਤੀਸਰਾ, ਚੌਥਾ ਨੰਬਰ। ਅਤੇ ਉਹ ਫਾਰਮ ਫਿਲ ਫਿਰ ਉਹ ਕਰ ਕੇ ਸਾਰਾ ਕੁਛ ਕਰਕੇ ਅਤੇ ਉਹ ਕਿਲ੍ਹੇ ਗਿਆ, ਕਿਉਂਕਿ ਸਾਡੇ ਕਰੀਬ ਫਿਰ ਉਹ ਕਿਲ੍ਹਾ ਸੀ ਕਿ ਉੱਥੇ ਮੈਂ ਮਿਲਿਆ ਮੁਰੱਬੀ ਸਾਹਿਬ ਸਨ, ਇੱਕ ਬੜੇ ਨਾਈਸ ਮੁਰੱਬੀ ਸਨ, ਅਹਿਮਦ ਮਹਿਮੂਦ ਉਹਨਾਂ ਦਾ ਨਾਂ ਸੀ, ਮੈਨੂੰ ਭੁੱਲਿਆ ਨਹੀਂ। ਬੜੇ ਅੱਲਾਹ ਤਾਲਾ ਉਹਨਾਂ ਦੇ ਫਜ਼ਲ ਫਰਮਾਏ। ਅਤੇ ਉਹ ਮੈਨੂੰ ਪੁੱਛਣ ਲੱਗੇ ਕਿ ਤੂੰ ਆਪੇ ਕਦੋਂ ਅਹਿਮਦੀ ਹੋਇਆ ਹੈ, ਇਹ ਕਿੱਥੋਂ ਬੈਤਾਂ ਇੰਨੀਆਂ 6 ਲੈ ਆਇਆ, ਅਤੇ ਤੂੰ ਆਪ ਖੁਦ ਕਦੋਂ ਹੋਇਆ ਅਹਿਮਦੀ? ਮੈਂ ਕਿਹਾ ਜੀ ਮੈਂ ਮੁਰੱਬੀ ਸਾਹਿਬ ਮੈਂ ਤਾਂ 1974 'ਚ ਹੋਇਆ ਅਹਿਮਦੀ। ਹਾਂਜੀ, ਅਤੇ ਇਹ ਜਿਹੜੀਆਂ ਬੈਤਾਂ ਜਾਂ ਅਹਿਮਦੀਅਤ ਦਾ ਪਤਾ ਲੱਗਾ, ਇਹ ਤਾਂ ਮੈਨੂੰ 1999 'ਚ ਗੁਜਰਾਂਵਾਲੇ ਗਏ, ਅਤੇ ਉਦੋਂ ਉਹ 90 ਦੇ ਅੱਗੇ ਫਿਰ ਸ਼ੁਰੂ ਹੋਇਆ ਸਾਰਾ ਕੰਮ, ਇਹ ਬੈਤਾਂ ਸ਼ੈਤਾਂ ਵਾਲਾ। ਅਤੇ ਇਹ ਹੋਈਆਂ ਤਕਰੀਬਨ
ਮੇਰੇ ਨਾਲ 1993 ਚ ਇਹ ਜਿਹੜੀਆਂ ਬੈਤਾਂ ਹੋਈਆਂ ਨਾ, ਇਹ ਪਹਿਲੀਆਂ 6 ਇਹ 1993 ਚ ਹੋਈਆਂ। ਤੇ ਉਹ ਆਖਣ ਲੱਗੇ ਕਿ ਮੈਂ ਇਹ ਲੈ ਜਾਵਾਂਗਾ ਮਰਕਜ਼ 'ਚ ਜਾ ਕੇ ਰਜਿਸਟਰ ਕਰਾ ਕੇ ਆਵਾਂਗਾ ਸਾਰਾ, ਫਿਰ ਆ ਕੇ ਤੁਹਾਨੂੰ ਸਾਰੀ ਸੂਰਤ ਹਾਲ ਦੱਸਾਂਗਾ। ਅਤੇ ਵੈਸੇ ਵੀ ਉਹਨਾਂ ਨੇ ਪਤਾ ਕੀਤਾ ਹੋਣਾ ਇੱਧਰ ਉਧਰ। ਮੇਰੀ ਤਾਂ ਪਹਿਲੀ ਦਫਾ ਮੁਲਾਕਾਤ ਹੋਈ, ਅਤੇ ਬੈਤਾ ਉਹਨਾਂ ਕਿਹਾ ਕਿੱਥੋਂ ਆ ਗਿਆ ਬੰਦਾ। ਉਹ ਜਦੋਂ ਆਏ ਨਾ ਦੁਬਾਰਾ, ਅਤੇ ਫਿਰ ਉਹ ਕਿਸੇ ਨੂੰ ਨਾਲ ਲੈ ਕੇ ਨਾ ਕਿਲਿਓਂ 'ਤੇ ਮੋਟਰਸਾਈਕਲ ਦੇ ਉੱਤੇ ਸਾਡੇ ਘਰ ਆਏ ਮਰਬੀ ਸਾਹਿਬ। ਅਤੇ ਉਹਨਾਂ ਆਖਿਆ ਕਿ ਜਿਹੜੀਆਂ ਬੈਤਾਂ ਸਨ ਇਹ ਹੱਕ ਬਜਾਨਾ, ਅਤੇ ਮੈਂ ਇਹ ਰਜਿਸਟਰਡ ਕਰਾਈਆਂ ਨੇ, ਮਰਕਜ਼ ਦੇ ਵਿੱਚ ਗਿਆ, ਸਾਰਾ ਕੁਛ ਕੀਤਾ, ਲੇਕਿਨ ਤੁਹਾਡਾ ਰਿਕਾਰਡ ਜਿਹੜਾ ਨਾ ਮੀਆਂ ਬੀਵੀ ਦਾ 1974, 73, 75, 77, 72, ਮੈਂ 5-6 ਸਾਲ ਫੋਲੇ ਨੇ, ਉੱਥੇ ਕੋਈ ਰਿਕਾਰਡ ਨਹੀਂ ਤੁਹਾਡਾ। ਅਤੇ ਉਹ ਸ਼ਰੀਫ ਆਦਮੀ ਜਿਹੜਾ ਲੈ ਗਿਆ ਸੀ ਫਾਰਮ, ਪਤਾ ਨਹੀਂ ਫਿਰ ਉਹ ਕਿੱਥੇ ਗਏ ਅਤੇ ਕੀ ਹੋਇਆ ਸੀ। ਅਤੇ ਉਹ ਮਤਲਬ ਅਤੇ ਉਹਨਾਂ ਕਿਹਾ ਕਿ ਹੁਣ ਮੈਂ ਆਇਆ ਅਤੇ ਹੁਣ ਦੁਬਾਰਾ ਮੀਆਂ ਬੀਵੀ ਬੈਤ ਕਰੋ। ਉਹ 6 ਬੈਤਾਂ ਪਹਿਲਾਂ ਦਰਜ ਹੋਈਆਂ ਹਨ ਉੱਥੇ, ਸਾਡੀ ਮੀਆਂ ਬੀਵੀ ਦੀ ਬਾਅਦ 'ਚ ਬੈਤ ਜਿਹੜੀ ਇਹ ਹੋ ਕੇ ਰਜਿਸਟਰਡ ਉੱਤੇ ਹੋਈ ਸੀ। ਉਹ ਕਾਰੀ ਸਾਹਿਬ ਅਤੇ ਉੱਥੋਂ ਅੱਲਾਹ ਤਾਲਾ ਨੇ ਉਹਨਾਂ ਨੂੰ ਪਸਪਾ ਕੀਤਾ ਨਾ ਸਕੂਲ 'ਚੋਂ, ਅਤੇ ਉਹ ਸਾਰੇ ਉਹ ਮਤਲਬ ਹੱਕਾ ਬੱਕਾ ਜਿਹੜੇ ਸਨ ਲੋਕ ਉੱਥੇ ਵੇਖਣ ਵਾਲੇ ਸਾਰੇ, ਉਹ ਕਾਰੀ ਸਾਹਿਬ। ਅਤੇ ਉਹ ਉਹਦੇ ਬਾਅਦ ਫਿਰ ਮੌਲਵੀ ਅਬਦੁਲ ਕਯੂਮ ਇੰਚਾਰਜ ਸੀ ਨਾ ਮਦਰਸੇ ਦਾ, ਅਤੇ ਉਹ ਜਦੋਂ ਆਇਆ ਅਤੇ ਉਹਨੇ ਆ ਕੇ ਦੁਆਈ ਪਾਈ ਕਿ ਮੇਰਾ ਤਾਂ 7 ਸਾਲ ਦਾ ਜਾਮਿਆ ਇਲਮ ਹਰ ਚੀਜ਼ ਇਹ ਹੋ, ਅਤੇ ਉਹ ਤੇ ਮੈਂ ਮੌਜੂਦ ਨਹੀਂ ਸਾਂ, ਅਤੇ ਦੁਬਾਰਾ ਮੇਰੇ ਨਾਲ ਦੁਬਾਰਾ ਗੱਲ ਉਹਨਾਂ ਦੀ ਕਰਾਈ ਜੇ ਨਾ। ਇਹ ਕੀਤੀ ਉਹਨਾਂ ਨਾਲ ਹੀ, ਮਾਸਟਰ ਨਸੀਰ ਸਾਹਿਬ ਨਾਲ ਹੀ, ਜਿਨ੍ਹਾਂ ਨੇ ਇਹ ਪ੍ਰੋਗਰਾਮ ਬਣਾਇਆ ਸੀ। ਹੁਣ ਸਾਨੂੰ ਤਾਂ ਪਤਾ ਨਹੀਂ। ਅਤੇ ਮਾਸਟਰ ਨਸੀਰ ਸਾਹਿਬ ਨੇ ਆਖਿਆ ਕਿ ਫਿਰ ਤੂੰ ਤਿਆਰੀ ਕਰ ਲਓ ਮੌਲਵੀ ਜੀ, ਤੁਸੀਂ ਆਪਣੀ ਪੂਰੀ। ਅਤੇ ਜਿਸ ਤਰ੍ਹਾਂ ਇਸ ਤਰ੍ਹਾਂ ਨਾ ਉਹ ਨਹੀਂ ਮੰਨਦਾ ਉਸ ਤਰ੍ਹਾਂ ਮੌਲਵੀਆਂ ਨਾਲ, ਕਿਉਂਕਿ ਫਿਤਨਾ ਉਹ ਹੁੰਦਾ। ਅਤੇ ਉਹ ਤੁਸੀਂ ਆਪਣੀ ਤਿਆਰੀ ਕਰ ਲਓ, ਅਤੇ ਜਿਵੇਂ ਪਹਿਲਾਂ ਮੈਂ ਕੀਤਾ ਨਾ ਉਹ ਇਸ ਤਰ੍ਹਾਂ ਜਾਂਦਿਆਂ ਰਾਹ ਲੰਘਦਿਆਂ ਇਸ ਤਰ੍ਹਾਂ ਹੀ ਕਰ ਲਾਂਗਾ ਮੈਂ, ਅਤੇ ਤੁਸੀਂ ਆਪਣੀ ਤਿਆਰੀ ਕਰੋ। ਉਹਨਾਂ ਨੇ ਨਾ ਮੌਲਵੀ ਸਾਹਿਬ ਨੇ ਮਾਸਟਰ ਨਸੀਰ ਸਾਹਿਬ ਦੇ ਨਾਲ ਦਿਨ ਮੁਕਰਰ ਕੀਤਾ, ਅਤੇ ਇਹ ਉਹ ਅਤੇ ਜਾਂ ਮੇਰੇ ਗਿਆ ਮਾਸਟਰ ਨਸੀਬ ਸਾਹਿਬ ਨੇ ਉਹਦੇ ਨਾਲ ਕੋਈ ਰਾਬਤਾ ਕੀਤਾ, ਮੈਨੂੰ ਨਹੀਂ ਪਤਾ ਕੀ ਕੀਤਾ ਔਰ ਕੀ ਨਹੀਂ ਕੀਤਾ। ਮੈਨੂੰ ਗੱਲ ਉਹਨਾਂ ਫਿਰ ਜ਼ੁਬਾਨੀ ਸੁਣਾਈ ਆਪਣੀ ਮਾਸਟਰ ਨਸੀਬ ਸਾਹਿਬ ਨੇ ਕਿ ਇੰਝ ਹੋਇਆ। ਮੈਂ ਉਹਦੇ 'ਚ ਨਹੀਂ ਹੋਇਆ ਨਾ ਸਾਹਮਣੇ ਕਿਸੇ ਦੇ ਵੀ। ਅਤੇ ਉਹ ਮੈਨੂੰ ਆਉਂਦੇ ਨੇ ਕਿ ਉਹ ਮੈਂ ਨਾ ਫਿਰ ਤੂੰ ਆਇਆ ਸਾਂ ਇੱਥੇ, ਤਾਂ ਮੈਂ ਤੈਨੂੰ ਬਿਠਾ ਕੇ ਗਿਆ ਹਾਂ ਮਾਸਟਰ ਕਯੂਮ ਸਾਹਿਬ ਨੂੰ ਲੈਣ। ਹੁਣ ਮਾਸਟਰ ਕਯੂਮ ਜਿਹੜਾ ਉਹ ਵੀ ਮਾਸਟਰ, ਉਹਨੂੰ ਤਾਂ ਮੰਨਾਂ ਕਿ ਉਹ ਵੀ ਹਾਈ ਸਕੂਲ 'ਚ ਪੜ੍ਹਾਉਂਦਾ ਹੈ, ਉਹ ਜਿਹੜਾ ਮੌਲਵੀ ਸੀ ਮੌਲਵੀ ਕਯੂਮ, ਉਹ ਵੀ ਹਾਈ ਸਕੂਲ 'ਚ। ਅਤੇ ਇੱਕ ਮੋਰੀ ਕੇ ਜੱਜਾ ਇੱਕ ਪਿੰਡ ਹੈ ਸਾਡੇ ਪਿੰਡ ਤੋਂ ਕੋਈ 2 ਮੀਲ 2.5 ਮੀਲ ਦੇ ਫਾਸਲੇ 'ਤੇ, ਇੰਨਾ ਹੀ ਉੱਥੋਂ ਹੈ ਰੱਤੇ ਤੋਂ ਵੀ। ਅਤੇ ਉੱਥੋਂ ਦੇ ਵੀ ਇੱਕ ਪ੍ਰੋਫੈਸਰ ਅਕਰਮ ਜੱਜਾ, ਉਹ ਜੱਜਿਆਂ ਦੇ ਪਿੰਡ ਨੇ, ਮੋਰੀ ਕੇ ਜੱਜਾ, ਘਰੋਂ ਕੇ ਜੱਜਾ, ਉਹ ਬੜੇ ਪਿੰਡ ਨੇ ਉੱਥੇ 11-12। ਅਤੇ ਉਹ ਜਦੋਂ ਮਾਸਟਰ ਸਾਹਿਬ ਗਏ ਨਾ ਮੈਨੂੰ ਬਿਠਾ ਕੇ, ਮੈਨੂੰ ਤਾਂ ਹੁਣ ਪਤਾ ਨਹੀਂ ਕਿ ਉਹ ਬਿਠਾ ਕਿੱਥੇ ਗਏ ਨੇ ਜਾਂ ਉਂਝ, ਮੈਂ ਮਸਬੇ ਮੂਲ ਜਾਈ ਆਈਦਾ। ਅਤੇ ਉਹਨਾਂ ਨੇ ਮਾਸਟਰ ਸਾਹਿਬ ਨੇ ਦੱਸਿਆ ਕਿ ਮੈਂ ਗਿਆ, ਅਤੇ ਉਹਨਾਂ ਆਖਿਆ ਆਓ ਜੀ ਮੌਲਵੀ ਸਾਹਿਬ ਆਇਆ ਬੰਦਾ, ਅਤੇ ਆ ਜਾਓ ਉੱਥੇ ਡੇਰੇ ਸਾਡੇ ਦੇ। ਅਤੇ ਮਾਸਟਰ ਸਾਹਿਬ ਨੇ ਆਖਿਆ ਕਿ ਉਹਨਾਂ ਨੂੰ ਨਾ ਉੱਥੇ ਬਿਠਾ ਕੇ ਰੱਖੋ, ਅਤੇ ਮੈਂ ਮੋਰੀਕਿਆਂ ਤੋਂ ਪ੍ਰੋਫੈਸਰ ਅਕਰਮ ਜੱਜਾ ਸਾਹਿਬ ਨੂੰ ਲੈ ਆਵਾਂ ਨਾਲ। ਨਹੀਂ, ਉਹ ਆਉਂਦਾ ਮਾਸਟਰ ਨਸੀਰ, ਮੈਂ ਤਾਂ ਹੈਰਾਨ ਰਹਿ ਗਿਆ ਕਿ ਉਹ ਇੱਕ ਜੱਟ ਅਨਪੜ੍ਹ ਬੇਇਲਮ, ਕਿੱਸਾ ਕਹਾਣੀ ਕੋਈ ਨਹੀਂ, ਅਤੇ ਤੂੰ 7 ਸਾਲ ਦਾ ਜਾਮਿਆ ਨਾ ਕੀਤਾ ਹੈ, ਅਤੇ ਤੂੰ ਅਕਰਮ ਮੋਰੀ ਕੇ ਜੱਜੇ ਤੋਂ ਲੈ ਕੇ ਜਾਣਾ, ਅਤੇ ਫਿਰ ਉਹਨੂੰ ਮੈਂ ਪੂਰੀ ਸੁਬਾਹ ਤੋਂ ਸ਼ਾਮ ਤੱਕ ਇੱਥੇ ਬਿਠਾਈ ਰੱਖਾਂ। ਇਹ ਕਿੱਦਾਂ ਦੀ ਗੱਲ? ਉਹਦੇ ਨਾਲ ਮੂੰਹ ਮਾਰੀ ਕਰਕੇ ਨਾ ਇਹ ਕਿ ਤੁਸੀਂ ਮਤਲਬ ਕਿ ਤੁਸੀਂ ਪਖੰਡਬਾਜ਼ੀ ਬਣਾਈ, ਇੱਥੇ ਮਦਰਸੇ ਖੋਲ੍ਹੇ ਚੱਲ। ਉਹ ਅਗਵਾਂ ਦਾ ਰਿਹਾ, ਮਾਸਟਰ ਜੀ ਤੁਹਾਨੂੰ ਨਹੀਂ ਪਤਾ ਇਹ ਇਹਨਾਂ ਕੋਲ ਬੜਾ ਇਲਮ ਹੁੰਦਾ ਜੀ ਅਤੇ ਤੁਹਾਨੂੰ ਨਹੀਂ ਪਤਾ, ਅਤੇ ਮੈਨੂੰ ਲੈ ਆਉਂਦੇ। ਉਹਨਾਂ ਆਖਿਆ ਮੂੰਹ ਮਾਰੀ ਕਰਕੇ ਗੁੱਸੇ ਦੇ ਨਾਲ ਕਿ ਬਸ ਅੱਜ ਤੋਂ ਬਾਅਦ ਮੇਰੇ ਨਾਲ ਗੱਲ ਨਾ ਕਰੀ, ਤੂੰ ਬੜਾ ਨੇੜ ਚੁੱਕਿਆ ਸੀ ਮੇਰਾ, ਉਹ ਕਾਰੀ ਸੀ ਅਤੇ ਮੈਂ ਨਹੀਂ।
ਉਹ ਫਿਰ ਇਸ ਤਰ੍ਹਾਂ ਕਰਕੇ ਇਹ ਮੈਨੂੰ ਉਹਨਾਂ ਗੱਲ ਸੁਣਾਈ ਬਾਅਦ ਦੇ ਜੀ। ਇਹ ਵਾਕਿਆ ਇਸ ਤਰ੍ਹਾਂ ਹੋਇਆ ਕਿ ਉੱਥੇ ਹੀ ਉਹ ਚਾਚਾ ਜੀ ਅਨਾਇਤੁੱਲਾ ਦੇ ਡੇਰੇ ਦੇ ਉੱਤੇ ਬੈਠਿਆਂ ਹੀ ਮਹਿਫਲ ਲੱਗੀ ਸੀ ਅਤੇ ਇਹ ਵਾਪਡਾ ਦੇ ਮਹਿਕਮੇ ਦੇ ਵਿੱਚ ਨਾ ਯੂਨੀਅਨ ਬਣੀ ਹੁੰਦੀ ਹੈ, ਜਿਹੜੇ ਵਾਪਡਾ ਦੇ ਮੁਲਾਜ਼ਮ ਹੁੰਦੇ ਨਾ ਉਹਨਾਂ ਦੀ ਯੂਨੀਅਨ ਆਪਸ ਵਿੱਚ, ਅਤੇ ਉਹ ਯੂਨੀਅਨ ਦਾ ਸਰਕਰਦਾ ਸੀ ਮਹਿਬੂਬ ਉਹਦਾ ਨਾਂ ਸੀ ਲੜਕੇ ਦਾ, ਅਤੇ ਪਸਰੂਰ ਦੀ ਯੂਨੀਅਨ ਦਾ ਉਹ ਸੀ, ਅਤੇ ਉਹ ਵਾਪਡਾ ਦੇ ਵਿੱਚ ਮੁਲਾਜ਼ਮ ਸੀ। ਇੱਕ ਹੋਰ ਲੜਕਾ ਸੀ ਉਹਦੇ ਨਾਲ, ਉਹ ਦੋਵੇਂ ਸਨ, ਉਹਦਾ ਮੇਰੇ ਨਾਂ ਜ਼ੇਨ 'ਚੋਂ ਨਿਕਲਿਆ। ਅਤੇ ਉਹ ਉੱਥੇ ਉਹਦੇ ਤਾਂ ਪਹਿਲਾਂ ਵੀ ਆਉਂਦੇ ਜਾਂਦੇ ਸਨ, ਉਹ ਜਾਣਦੇ ਇੱਕ ਦੂਸਰੇ ਨੂੰ, ਉਹਨਾਂ ਦੀ ਵਜ੍ਹਾ ਨਾਲ, ਉਹਨਾਂ ਦੀ ਦਰੀਸ ਵਗੈਰਾ, ਉਹਨਾਂ ਦੇ ਚਾਚਾ ਜੀ ਅਨਾਇਤੁੱਲਾ ਕੇ ਦੇ ਬੇਟਿਆਂ ਦੇ ਦੋਸਤ ਸਨ ਉਹ। ਅਤੇ ਉਹ ਖੀਵੇ ਬਾਜੇ ਵੀ ਜਮਾਤ ਸੀ ਅਹਿਮਦੀਆ, ਅਤੇ ਉਹਨਾਂ ਨੇ ਨਾ ਕਿਧਰੇ ਇੱਥੇ ਆਉਂਦੇ ਹਨ ਇਹਨਾਂ ਦੇ ਡੇਰੇ 'ਤੇ ਜਾਂ ਚਾਚਾ ਜੀ ਬਹਿਸ ਸ਼ੁਰੂ ਕਰ ਦਿੰਦੇ ਹਨ ਜਾਂ ਮੈਂ ਹੁੰਦਾ, ਅਤੇ ਮੈਂ ਤਾਂ ਮਤਲਬ ਗੱਲਾਂ ਸੁਣਦੇ ਨਾ। ਉਹਨਾਂ ਨੇ ਕਿਤੇ ਇਹਨਾਂ ਨੂੰ ਆਖਿਆ ਕਿ ਅਸੀਂ ਨਾ ਉੱਥੇ ਗੱਲ ਕੀਤੀ, ਸਾਡੇ ਇੱਕ ਮੌਲਵੀ ਨੇ ਬੂਟਾ ਸਾਹਿਬ ਆਲਮ ਅਤੇ ਫਾਜ਼ਲ ਦਾ, ਉਹਨਾਂ ਨੇ ਫਾਜ਼ਲ ਦਾ ਕੋਰਸ ਕੀਤਾ ਹੈ, ਅਤੇ ਉਹ ਨਾ ਉਹਨਾਂ ਨਾਲ ਅਸੀਂ ਤੁਹਾਡੀ ਗੱਲ ਕਰਾਉਂਦੇ ਹਾਂ, ਆਓ ਸਾਡੇ ਪਿੰਡ ਖੀਵੇ ਬਾਜਵੇ। ਮੈਂ ਆਖਿਆ ਕਿ ਮਹਿਬੂਬ ਯਾਰ ਅਸੀਂ ਨਾ ਮੌਲਵੀਆਂ ਤੋਂ ਚਾਲੂ ਆ, ਇਹਨਾਂ ਫਿਤਨਾ ਜਿੱਡਾ ਮਰਜ਼ੀ ਵੱਡਾ ਚੌਰੀ ਹੋਏ ਨਾ, ਫਿਤਨਾ ਨਹੀਂ ਸਾਂਭਿਆ ਜਾਂਦਾ ਇਹਨਾਂ ਦਾ ਕਿਸੇ ਕੋਲੋਂ ਵੀ। ਇਹ ਤਾਂ ਅਦਾਲਤਾਂ ਕੋ ਨਹੀਂ ਸਾਂਭੇ, ਜੱਜਾਂ ਕੋ ਨਹੀਂ ਸਾਂਭੇ ਜਾਂਦੇ, ਅਤੇ ਵਜ਼ੀਰਾਂ ਕੋ ਨਹੀਂ ਸਾਂਭੇ, ਤੁਹਾਡੇ ਕੋਲ ਕਿਤੇ ਸਾਂਭੇ। ਉਹਨੇ ਆਖਿਆ ਉਹ ਐਡਾ ਬੜਾ ਮਾਨਸ ਮੌਲਵੀ ਹੈ ਕਿ ਅਸੀਂ ਬਿਆਨ ਹੀ ਨਹੀਂ ਕਰ ਸਕਦੇ, ਅਤੇ ਕਦੀ ਵੀ ਉਹ ਮਤਲਬ ਕਿ ਫਿਤਨਾ ਇਹ ਹੋਰ ਕੋਈ ਸਾਡੇ ਜ਼ਿੰਮੇ ਤੁਸੀਂ ਸਾਡੇ ਘਰ ਆਉਣਾ, ਮੌਲਵੀ ਨੂੰ ਆਹ ਘਰ ਬੁਲਾਉਣਾ, ਤੁਹਾਨੂੰ ਇਸ ਗੱਲ ਦਾ ਕਰ ਜੀ। ਉਹਨਾਂ ਯਕੀਨ ਦਾ ਨਹੀਂ ਕਿ ਚਾਚਾ ਜੀ ਕਹਿੰਦੇ ਚੱਲ ਫਿਰ ਚੱਲੀਏ ਬਈ ਕਿਸ ਦਿਨ ਫਲਾਣ ਦਿਨ ਆ ਜਾਓ। ਟਾਈਮ ਮੁਕਰਰ ਹੋ ਗਿਆ, ਅਸੀਂ ਗਏ ਕਲਾਸ ਵਾਲਾ, ਬੜਾ ਮਸ਼ਹੂਰ ਕਸਬਾ ਪਸਰੂਰ ਅਤੇ ਸੌ ਕਨਵੈਂਟ ਦੇ ਦਰਮਿਆਨ 'ਚ। ਉਸ ਵਕਤ ਉੱਥੇ ਸਦਰ ਜਮਾਤ ਮਾਸਟਰ ਅਰਸ਼ਦ ਸਾਹਿਬ ਸਨ ਖੀਵੇ। ਬਹਰਹਾਲ ਅਸੀਂ ਤਾਂ ਇਤਲਾਹ ਨਹੀਂ ਉਹਨਾਂ ਨੂੰ ਕੀਤੀ ਨਾ ਜਮਾਤ 'ਚ ਕਿਸੇ ਨੂੰ ਵੀ, ਅਸੀਂ ਆਪਣੇ ਤੌਰ 'ਤੇ ਚਾਚਾ ਜੀ ਅਤੇ ਮੈਂ ਕਲਾਸ ਵਾਲੇ ਗਏ, ਅਤੇ ਉੱਥੇ ਟਾਈਮ ਕਰ ਸੀ ਇੱਥੋਂ ਸਾਨੂੰ ਤੁਸੀਂ ਲੈ ਜਾਓ ਜਾ ਕੇ ਕਲਾਸ ਵਾਲੇ। ਉਹ ਆਏ, ਉਹ ਸਾਨੂੰ ਜ਼ਹੀਰ ਸੀ ਦੂਸਰਾ ਲੜਕਾ ਜਿਹਦਾ ਮੈਨੂੰ ਨਾਂ ਜ਼ੇਨ 'ਚੋਂ ਨਿਕਲਿਆ ਸੀ ਨਾ, ਮਹਿਬੂਬ ਅਤੇ ਜ਼ਹੀਰ। ਅੱਛਾ, ਉਹ ਜੀ ਅਸੀਂ ਚਲੇ ਗਏ ਮਹਿਬੂਬ ਸਾਹਿਬ ਦੇ ਘਰ, ਖਾਣਾ ਸ਼ਾਣਾ ਖਾਧਾ, ਬੈਠੇ ਇਹ ਉਹ। ਰਾਤ ਨੂੰ ਇਸ਼ਾ ਦੀ ਨਮਾਜ਼ ਤੋਂ ਬਾਅਦ ਬੂਟਾ ਸਾਹਿਬ ਨੂੰ ਉਹਨਾਂ ਨੇ ਬੰਦਾ ਭੇਜਿਆ, ਬੂਟਾ ਸਾਹਿਬ ਆ ਗਏ। ਅਤੇ ਉਹ ਦਿਲਚਸਪ ਵਾਕਿਆ ਇਸ ਤਰ੍ਹਾਂ ਬਣਿਆ ਕਿ ਉਹ ਬਹਿਸ ਮਬਾਸਾ ਦੇ ਜਮਾਤ ਬੂਟਾ ਸਾਹਿਬ, ਉਹ ਪਤਾ ਇੱਕ ਕਰੀਏ ਉਹ ਅਹਿਮਦੀਅਤ ਦੀ ਸੱਚਾਈ ਦੀ ਗੱਲ, ਅਤੇ ਉਹਨੂੰ ਛੱਡ ਕੇ ਦੂਸਰੇ ਪਾਸੇ ਚਲੇ ਜਾਂਦੇ ਨੇ, ਉਹ ਉਹਨੂੰ ਛੱਡੀਏ ਤੀਸਰੇ ਪਾਸੇ, ਇਸ ਤਰ੍ਹਾਂ ਘੁੰਮਦੇ ਰਹੇ। ਹਾਂਜੀ, ਅਤੇ ਕੋਈ ਚਾਚਾ ਜੀ ਸਾਡੇ ਜਿਹੜੇ ਹਨ ਨਾ ਨੰਬਰਦਾਰ, ਉਹ ਵੀ ਨਾ ਉਹ ਨਵੇਂ ਅਹਿਮਦੀ ਹਨ ਅਤੇ ਬਰਦਾਸ਼ਤ ਨਹੀਂ ਕਰਦੇ ਕਿਸੇ ਦੀ ਗੱਲ ਨੂੰ, ਉਹ ਲੱਗ ਪੈਂਦੇ ਹਨ ਥੋੜ੍ਹਾ ਜਿਹਾ ਨਾ। ਅਤੇ ਉਹ ਮੈਂ ਥੋੜ੍ਹਾ ਆਦੀ ਹੋ ਚੁੱਕਿਆ ਇਹਨਾਂ ਚੀਜ਼ਾਂ ਦਾ, ਅਤੇ ਉਹ ਮੈਂ ਵੀ ਦਬਾਉਣਾ ਵੀ ਥੋੜ੍ਹਾ ਜਿਹਾ ਕਰਨਾ ਵੀ ਇਹ ਉਹ। ਬਹਰਹਾਲ ਨਾ ਉਹ ਬਹਿਸ ਮਬਾਸੇ ਦੇ ਵਿੱਚ, ਅਤੇ ਕਾਫੀ ਰਾਤ ਦਾ 1-2 ਵੱਜ ਗਿਆ ਇਸੇ ਬਹਿਸ ਮਬਾਸੇ 'ਚ। ਅਤੇ ਉਹਨਾਂ ਨੇ ਨਾ ਅੱਲਾਹ ਤਾਲਾ ਦਾ ਕਰਨਾ ਐਸਾ ਕਿ ਉਹਨਾਂ ਦੀ ਜ਼ੁਬਾਨ ਤੋਂ ਇਹ ਚੀਜ਼ ਨਿਕਲੀ ਕਿ ਦੇਖੋ ਜੀ मैं आपको हदीस बताता हूँ कि जब महदी ने आना है ना, तो हदीस में लिखा है कि उसकी 40 अब्दाल बैत करेंगे जब इमाम महदी आएगा। हाँ जी, तो कहाँ वो 40 अब्दाल ही नहीं आए तो महदी कहाँ से आ गया। मैं क्या रब ने बनाया सबब। मैं क्या कि मौलवी साहब, मैं चाचा जी ਨੂੰ ਜ਼ਰਾ ਚੁੱਪ ਕਰਾ ਲਿਆ, ਅਤੇ ਮੈਂ ਬਈ ਆਰਾਮ ਨਾਲ ਗੱਲ ਸੁਣੋ ਦੋਵੇਂ ਨਾ, ਮਤਲਬ ਕਿ ਤੁਸੀਂ ਮਹਿਬੂਬ ਸਾਹਿਬ ਤੁਹਾਡੇ ਵੀ ਇੱਕ ਹਾਂ ਉਹ ਸਦਰ ਜਮਾਤ ਜਿਹੜੇ ਹਨ ਨਾ ਮਾਸਟਰ ਅਰਸ਼ਦ ਸਾਹਿਬ, ਉਹਨਾਂ ਨੂੰ ਕਿਧਰੋਂ ਇਤਲਾਹ ਮਿਲੀ ਕਿ ਉਧਰ ਮਹਿਬੂਬ ਕੇ ਘਰ ਨਾ 2 ਮਰਸ਼ਈ ਆਏ ਨੇ। ਉਹ ਉੱਥੋਂ ਸੁਣ ਕੇ ਆ ਗਿਆ, ਉਹ ਵੀ ਬੈਠਾ ਰਿਹਾ। ਬੜਾ ਅੱਛਾ ਆਦਮੀ ਮਾਸਟਰ ਅਰਸ਼ਦ ਸਾਹਿਬ ਖੀਵੇ, ਭੁੱਲਦਾ ਨਹੀਂ ਉਹ ਮੈਨੂੰ, ਬੜਾ ਸੋਹਣੇ ਅਖਲਾਕ ਦਾ ਮਾਲ, ਕਾਰਕੁਨ ਬੜਾ ਜਮਾਤ ਦਾ ਜ਼ਬਰਦਸਤ। ਅਤੇ ਉਹ ਪਹਿਲਾਂ ਵੀ ਦੋਸਤ ਸੀ। ਜ਼ਿਲ੍ਹਾ ਸਾਡੇ ਸਦਰ ਸਾਹਿਬ ਖਾਜਾ, ਆਪਣਾ ਜ਼ਿਲ੍ਹਾ ਅਮੀਰ ਖਾਜਾ ਜ਼ਫਰ, ਖਾਜਾ ਸਰਫਰਾਜ਼ ਜਿਹੜੇ ਹਨ ਉਹਨਾਂ ਦੇ ਭਾਈ ਸਨ। ਅਤੇ
ਉਹ ਉੱਥੇ ਮੀਟਿੰਗ ਹੁੰਦੀ ਹੁੰਦੀ, ਤੇ ਮਾਸਟਰ ਅਰਸ਼ਦ ਸਾਹਿਬ ਵੀ ਆਉਂਦੇ, ਤੇ ਇਸ ਹਵਾਲੇ ਨਾਲ ਉਹ ਜਾਣਨ ਵਾਲੇ ਹਨ ਸਾਡੇ। ਤੇ ਉਹਨਾਂ ਕਿਹਾ ਜੀ 40 ਅਬਦਾਲ ਤੁਸੀਂ ਵਿਖਾ ਦਿਓ ਤੇ ਮਤਲਬ ਅਸੀਂ ਮੰਨ ਜਾਵਾਂਗੇ। ਹਾਂਜੀ, ਮੈਂ ਕਿਹਾ ਬੂਟਾ ਸਾਹਿਬ ਗੱਲ ਇੰਝ ਹੈ ਕਿ ਤੁਸੀਂ ਆਪਣੀ ਗੱਲ 'ਤੇ ਕਾਇਮ ਅਗਰ ਰਹਿ ਸਕੋ ਕਿ ਤੁਸੀਂ ਮੰਨ ਜਾਓਗੇ 40 ਅਬਦਾਲ ਤੁਹਾਨੂੰ ਵਿਖਾ ਦਈਏ, ਤੇ ਅਸੀਂ ਤੁਹਾਨੂੰ ਵਿਖਾ ਦਿੰਦੇ ਹਾਂ। ਉਹਨਾਂ ਆਖਿਆ ਜੀ ਗੱਲ ਆ ਮਹਿਫਲ ਦੇ ਵਿੱਚ ਗੱਲ ਹੁੰਦੀ ਹੈ ਪਈ। ਮੈਂ ਕਿਹਾ ਕਿ ਤਾਰੀਖ ਜਮਾਤ ਦੀ ਤੇ ਤੁਸੀਂ ਸ਼ਾਇਦ ਨਾ ਮੰਨੋ, ਗੈਰ ਤਾਰੀਖ ਜਿਹੜੀ ਹੈ ਗੈਰਾਂ ਦੀ, ਉਹਦੇ ਵਿੱਚ ਵੀ ਅਸੀਂ ਤੁਹਾਨੂੰ 40 ਤਾਰੀਖ ਤਹਿਰੀਰੀ ਤੌਰ 'ਤੇ ਵਿਖਾ ਦਿਆਂਗੇ ਕਿ ਪਹਿਲਾਂ ਮੈਨੂੰ ਇਹ ਦੱਸ ਦਿਓ ਕਿ ਤੁਸੀਂ ਅਬਦਾਲ ਆਂਦੇ ਕਿਹਨੂੰ, ਇਹ ਵੀ ਤਾਂ ਦੱਸ ਦਿਓ ਨਾ। 40 ਅਬਦਾਲ ਕਿਹਨੂੰ ਆਂਦੇ, ਅਬਦਾਲ ਹੁੰਦਾ ਕੌਣ ਹੈ? ਤੇ ਬੂਟਾ ਸਾਹਿਬ ਜਿਹੜੇ ਨੇ ਨਾ, ਉਹ ਮੈਂ ਕਿਹਾ ਬੂਟਾ ਸਾਹਿਬ ਸਾਨੂੰ ਅਬਦਾਲ ਦਾ ਮੈਨਾ ਦੱਸੋ, ਅਬਦਾਲ ਆਂਦੇ ਕਿਹਨੂੰ ਨੇ? ਬੂਟਾ ਸਾਹਿਬ ਚੁੱਪ, ਪਰ ਉਹ ਸ਼ਰੀਫ ਆਦਮੀ ਮੈਨੂੰ ਲੱਗਾ ਇਸ ਵਾਸਤੇ ਕਿ ਉਹਨੇ ਨਾ ਸੋਚ ਕਾਫੀ ਦੇਰ ਮਹਿਫਲ ਚੁੱਪ ਰਹੀ ਤੇ ਕਿਹਾ ਕਿ ਮੈਨੂੰ ਨਹੀਂ ਪਤਾ, ਮੈਨੂੰ ਇਹਦਾ ਨਹੀਂ, ਮੈਂ ਨਹੀਂ। ਤੇ ਮੈਂ ਕਿਹਾ ਅਗਰ ਸਾਡੇ ਖਿਆਲ ਨਾਲ, ਮੇਰੇ ਖਿਆਲ ਨਾਲ, ਮੇਰੇ ਜ਼ਾਤੀ ਤੌਰ 'ਤੇ ਮੇਰੇ ਖਿਆਲ ਨਾਲ, ਅਗਰ ਮੈਂ ਕਹਾਂ ਮੇਰਾ ਖਿਆਲ ਹੈ ਕਿ ਇਹ ਹੁੰਦੇ ਨੇ ਅਬਦਾਲ, ਤੇ ਤੁਸੀਂ ਉਹਦੇ 'ਤੇ ਵੇਖੋਗੇ ਕਿ ਕੀ ਹੈ, ਠੀਕ ਹੈ ਕਿ ਨਹੀਂ? ਮੈਂ ਹਾਂ ਤੂੰ ਦੱਸ। ਮੈਂ ਕਿਹਾ ਕਿ ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਅਨਹੂ ਜਿਹੜੇ ਸਨ ਉਹ ਕਿਸ ਹੱਦ ਤੱਕ ਕੀ ਸਨ, ਤੇ ਜਦੋਂ ਉਹਨਾਂ ਨੇ ਕਲਮਾ ਪੜ੍ਹ ਲਿਆ ਸੀ ਤੇ ਕੀ ਹੋਏ ਸਨ, ਇਸ ਤਰ੍ਹਾਂ ਇੰਜ ਸਨ ਤੇ ਇਸ ਤਰ੍ਹਾਂ ਹੋਏ ਸਨ ਕਿ ਨਹੀਂ? ਮੁਕੰਮਲ ਤਬਦੀਲ ਅਬਦਾਲ ਦਾ ਮੇਰੇ ਖਿਆਲ ਨਾਲ ਮਨ ਹੈ ਕਿ ਜਿਹੜਾ ਬੰਦਾ ਖੁਦਾ ਤਾਲਾ ਦੇ ਫਜ਼ਲ ਨਾਲ ਮੁਕੰਮਲ ਤਬਦੀਲ ਹੋ ਜਾਂਦਾ ਉਹਨੂੰ ਅਬਦਾਲ ਆਉਂਦੇ ਨੇ, ਮੇਰੇ ਖਿਆਲ ਦੇ ਮਤਲਬ। ਬੂਟਾ ਸਾਹਿਬ ਕਰਕੇ ਮੈਂ ਇਤਫਾਕ ਕਰਨਾ ਇਸ ਗੱਲ ਨਾਲ। ਮੈਨੂੰ ਹਾਲੇ ਵੀ ਨਹੀਂ ਪਤਾ ਕਿ ਜਿਹੜੀ ਮੈਂ ਗੱਲ ਕੀਤੀ ਹੈ ਉਹ ਠੀਕ ਹੈ ਔਰ ਬੂਟਾ ਸਾਹਿਬ ਨੇ ਤਾਇਦ ਕੀਤੀ ਹੈ ਠੀਕ ਹੈ, ਯਾਨੀ ਮੇਰੇ ਖਿਆਲ ਨਾਲ ਤੇ ਇਹ ਸੀ, ਤੇ ਉਹਨਾਂ ਨੇ ਤਾਇਦ ਕੀਤੀ। ਮੈਂ ਕਿਹਾ ਹੁਣ ਬਾਕੀ ਰਹਿ ਗਿਆ ਮੈਂ ਤੁਹਾਨੂੰ ਵਿਖਾਉਣ ਵਾਲਾ ਤਹਿਰੀਰਨ ਸਬੂਤ ਕਿ 40 ਅਬਦਾਲ ਨੇ ਬੈਤ ਕੀਤੀ ਸੀ। ਹਾਂਜੀ, ਤੇ ਉਹਦੇ ਬਾਅਦ ਫਿਰ ਉਹਨਾਂ ਉਹ ਆਪਣੀਆਂ ਉਹ ਦੂਸਰੀਆਂ ਗੱਲਾਂ ਸ਼ੁਰੂ ਕਰਤੀਆਂ, ਮਤਲਬ ਉਹ ਘੱਟੇ ਮਿੱਟੀ ਰਲਾਉਣ ਵਾਲੀਆਂ ਜਿਹੜੀਆਂ, ਉਹਦੇ 'ਤੇ ਪਹਿਰਾ ਦੇਣ ਤੋਂ ਉਹ ਮਤਲਬ ਪਿੱਛੇ ਹਟ ਗਏ, ਜਿਹੜੇ ਉਹਨਾਂ ਕਹਿੰਦੇ ਮੈਂ ਮੰਨ ਲਾਂਗਾ। ਹਾਂਜੀ, ਤੇ 40 ਅਬਦਾਲ ਤੇ ਸਾਡੇ ਮਤਲਬ ਕਿ ਉਹ ਲੁਧਿਆਣੇ ਵਾਲੇ ਜਿਹੜੇ ਨੇ ਉਹ ਸਾਫ ਜ਼ਾਹਰ ਸਰ 40 ਬੈਤਾਂ ਹੋਈਆਂ ਆਦਮ ਸੀਮਾ ਅਲੈਹ ਸਲਾਮ ਦੀਆਂ ਅਬਦਾਲਾਂ ਹੀ ਕੀਤੀਆਂ। ਹਾਂਜੀ, ਤੇ ਉਹਦੇ ਗੈਰ ਅਹਿਮਦੀਆਂ ਦੇ ਅਖਬਾਰ ਤਹਿਰੀਰਾਂ, ਅਹਿਮਦੀਆਂ ਦੇ ਉਹ ਹਰ ਚੀਜ਼ ਜਿਹੜੀ ਹੈ ਉਹ ਤੇ ਮਿਟ ਨਹੀਂ ਸਕਦੀ ਤਾਰੀਖ। ਹਾਂਜੀ, ਤੇ ਇਹਦੀ ਤਾਰੀਖ ਪੜ੍ਹੀ ਕਿ ਇਹ ਸੂਫੀ ਅਹਿਮਦ ਜਾਨ ਸਨ, ਅੱਲਾਹ ਤਾਲਾ ਉਹਨਾਂ ਦੇ ਦਰਜਾਤ ਬੁਲੰਦ ਕਰੇ, ਕਿ ਜਿਨ੍ਹਾਂ ਨੇ ਇਹ ਹਜ਼ਰਤ ਮਸੀਹ ਮਊਦ ਅਲੈਹ ਸਲਾਮ ਦੇ ਕੋਲ ਜਾ ਕੇ ਤੇ ਉਹਨਾਂ ਸੂਫੀ ਅਹਿਮਦ ਜਾਨ ਨੇ ਇੱਕ ਸ਼ੇਰ ਪੜ੍ਹਿਆ ਸੀ ਕਿ ਹਮ ਗਰੀਬੋਂ ਕੀ ਹੈ ਤੁਮੀ ਪੇ ਨਜ਼ਰ, तुम मसीहा बनो खुदा के लिए। तो हज़रत मसीह मौला अलैहि सलाम ने फरमाया ही कि मैनू तो इज़न ही नहीं, मैनू तो हुक्म ही नहीं, तो मैं मसीहा किवें बन सकदा? मैं तो मतलब कि ऐलान ये चीज़ नहीं जिन्ना चਿਰ मैनू रब। तो जदों इज़न मतलब खुदा ताला ने कहा सी तो उदों नूं सूफी अहमद जान साहब जिहड़े ने वो वफात पा चुके हैं। मैनूं पता वो किन्ना अरसा गुजरिया। ਉਹਦੇ बाद हज़रत मसीह मौला सलाम ने फरमाया ही जदों बैतां दा हुक्म अल्लाह ताला ने देता तो उदों हज़रत मसीह मौला सलाम ने कहा कि सूफी अहमद जान दे घर जाके ते मतलब कि ਜਿਹੜੀਆਂ ना वो बैत। तो उधर खलीफतुल मसीह अव्वल नाल वादा ही पहला उन्होंने कहा कि जदों तुसीं बैत लैनी है तो पहली मेरी लैनी है। उत्थे वो मतलब कि अल्लाह ताला दे फजल दे नाल वो 40 अबदाल ਜਿਹੜੇ सन वो हदीस पूरी हुई। हाँ जी, जड़ी बूटा साहब जी ਚਾਚਾ ਜੀ ਅਨਾਇਤੁੱਲਾ ਜਿਹੜੇ ਹਨ ਉਹ ਗੱਲ ਹੁੰਦੀ ਸੀ ਵੀ ਖੀਵੇ ਬਾਜਵੇ ਉੱਥੇ ਗਏ ਨਾਲ ਜੀ ਉਹ, ਅਤੇ ਉਹਨਾਂ ਨੂੰ ਬਿਲਕੁਲ ਕੋਈ ਕਿਸੇ ਕਿਸਮ ਦਾ ਨਹੀਂ ਸੀ ਇਹ ਕਿ ਮੈਨੂੰ ਇੱਥੇ ਕੀ ਆਖੇਗਾ ਕੋਈ, ਇੱਥੇ ਕੀ ਕਰੇਗਾ ਇਹ ਉਹ। ਤਾਂ ਉਹ ਕਚਹਿਰੀ ਵਗੈਰਾ ਜਾਂਦੇ ਹੁੰਦੇ ਹਨ, ਉਹ ਵਕੀਲਾਂ ਦੇ ਡੇਰੇ ਜਿੱਥੇ ਵੀ ਜਾਣਾ ਉੱਥੇ ਲੱਗ ਪੈਣਾ। ਉਹਨਾਂ ਨੂੰ ਨਹੀਂ ਸੀ ਇਹ ਕਿ ਆ ਕੋਈ ਬਣਿਆ ਲਾ ਜਾਂ ਇਹ ਉਹਨਾਂ ਨੂੰ ਕੋਈ ਨਹੀਂ ਸੀ ਇਹਨਾਂ ਚੀਜ਼ਾਂ ਦਾ। ਅਤੇ ਉਹ ਮੌਲਵੀ ਜਾਨ ਛਡਾਉਂਦੇ ਹੁੰਦੇ ਹਨ ਉਹਨਾਂ ਕੋਲੋਂ ਨਾ, ਜਿੱਥੇ ਮੌਲਵੀ ਵੇਖਣਾ ਅਤੇ ਉਹਦੇ ਅੱਗੇ ਆ ਕੇ ਖਲੋ ਜਾਣਾ। ਆਓ ਜੀ ਮੌਲਵੀ ਜੀ, ਆਓ ਜੀ ਮੈਂ ਗੱਲ ਕਰਨੀ ਹੈ ਤੁਹਾਡੇ ਨਾਲ, ਦੱਸੋ ਤੁਸੀਂ ਆਂਦੇ ਹੋ
ਹਜ਼ਰਤ ਈਸਾ ਅਲੈਹਿ ਸਲਾਮ ਮੁਸਲਮਾਨਾਂ ਦੇ ਮੇਰੇ ਨਾਲ ਗੱਲ ਕਰੋ ਆ ਕੇ, ਪਰ ਇਹ ਵੀ ਤੁਹਾਡੀ ਕਿਸਮਤ 'ਚ ਨਹੀਂ ਹੋਣਾ। ਤੁਸੀਂ 14ਵੀਂ ਸਦੀ ਦੇ ਮੌਲਵੀ ਹੋ, ਤੁਹਾਡੇ ਮਤਲਬ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਤੁਸੀਂ ਅਸਮਾਨ ਦੇ ਥੱਲੇ ਬਦਤਰੀਨ ਮਖਲੂਕ ਹੋ ਤੇ ਨਾ ਉਹਦੇ 'ਚ ਉਸ ਟੋਲੇ 'ਚੋਂ ਨਿਕਲ ਆਓ, ਵਾਪਸ ਆ ਜਾਓ। ਉਹ ਮੌਲਵੀ ਜਾਨ ਛੁਡਾਉਂਦੇ ਹੁੰਦੇ ਹਨ, ਚਾਚਾ ਜੀ ਅਸੀਂ ਤੁਹਾਡੇ ਨਾਲ ਫੇਰ ਕਰਾਂਗੇ ਗੱਲ, ਉਹਨੂੰ ਜਾਨ ਛੁਡਾ ਕੇ ਮਦਦ ਕਰਨੀ। ਉਹ ਬੜੇ ਉਹ ਜਿੱਥੇ ਕੋਈ ਜਾਂਦੇ ਹਨ, ਪਸਰੂਰ, ਕਚਹਿਰੀ, ਰਸਤੇ, ਪਿੰਡ, ਜਿੱਥੇ ਮੌਲਵੀ ਲੱਭ ਜਾਂਦਾ ਇਹਨਾਂ ਨੂੰ ਘੇਰ ਲੈਂਦੇ ਹੁੰਦੇ ਹਨ, ਉਹਦੀ ਨਹੀਂ ਜਾਨ ਛੱਡਦੇ। ਬਲਕਿ ਇੱਕ ਦਫਾ ਸਿਆਲਕੋਟ ਨਾ ਉਹ ਆਉਂਦੇ ਹਨ ਪਏ, ਸਿਆਲਕੋਟ ਦੇ ਜੁਮਾ ਹੁੰਦਾ ਸੀ ਪਿਆ, ਉਦੋਂ ਹਾਲੇ ਉਹਨਾਂ ਨੇ ਬੈਤ ਨਹੀਂ ਕੀਤੀ, ਅਤੇ ਰਸਤੇ ਦੇ ਵਿੱਚ ਨਾ ਉਹ ਟਾਈਮ ਹੋ ਗਿਆ ਅਤੇ ਇੱਕ ਮਸਜਿਦ ਵੇਖ ਕੇ ਅਤੇ ਉੱਥੇ ਚਲੇ ਗਏ। ਅਤੇ ਉੱਥੇ ਉਹ ਖੁਤਬਾ ਦਿੱਤਾ ਮੌਲਵੀ ਨੇ, ਉਹ ਫਲਾਣਿਆ ਢੀਂਗੜਿਆ, ਉਹਦੇ 'ਤੇ ਚਿੱਕੜ ਸੁੱਟ, ਉਹਦੇ 'ਤੇ ਚਿੱਕੜ, ਇਹਦੇ 'ਤੇ ਇਤਰਾਜ਼ ਕਰ, ਉਹਦੇ 'ਤੇ ਕਰ। ਜਦੋਂ ਉਹ ਖ਼ਤਮ ਹੋਇਆ ਨਾ ਜੁਮਾ ਅਤੇ ਨਮਾਜ਼ ਮਤਲਬ ਕਿ ਤੇ ਉਹ ਮੌਲਵੀ ਦੇ ਅੱਗੇ ਮਰਾਬ ਦੇ ਜਾ ਕੇ ਅਤੇ ਬਹਿ ਗਏ। ਮੌਲਵੀ ਨੇ ਸਲਾਮ ਫੇਰੀ, ਵਿਹਲਾ ਹੋਇਆ ਅਤੇ ਆਣਗੇ, ਮੌਲਵੀ ਜੀ ਮੈਂ ਇੱਕ ਸਵਾਲ ਕਰਨਾ, ਤੁਹਾਡੇ ਕੋਲ ਇਜਾਜ਼ਤ ਹੈ? ਘਰ ਮੈਂ ਇਹ ਤੁਹਾਨੂੰ ਪੁੱਛਣਾ ਕਿ ਮੈਂ ਸ਼ਹਿਰ 'ਚੋਂ ਆਇਆ ਅਤੇ ਪਿੰਡ ਮੈਂ ਪੜ੍ਹਨਾ, ਅਤੇ ਆਹ ਰਾਹ ਦੇ ਵਿੱਚ ਜੁਮਾ ਹੋ ਗਿਆ ਅਤੇ ਮੈਂ ਕਜ਼ਾ ਹੋ ਜਾਏਗਾ ਜੁਮਾ, ਅਤੇ ਮੈਂ ਪੜ੍ਹ ਲਾਂ, ਪਰ ਮੈਨੂੰ ਇਹ ਦੱਸੋ ਮੈਂ ਤੁਹਾਡੇ ਕੋਲੋਂ ਇੱਥੋਂ ਲੈ ਕੇ ਝੋਲੀ 'ਚ ਪਾ ਕੇ ਕੀ ਲੈ ਕੇ ਚੱਲਿਆ ਮੈਂ, ਕਿ ਮੈਨੂੰ ਰਸੂਲ ਸੱਲਮ ਦੀ ਗੱਲ ਤੁਹਾਂ ਸੁਣਾਈ ਏ, ਤੁਹਾਂ ਅੱਲਾ ਦੀ ਕੋਈ ਵਾਹਦਨੀਅਤ ਦੀ ਗੱਲ ਸੁਣਾਈ ਏ, ਮੈਨੂੰ ਕੋਈ ਨੇਕੀ ਦਾ ਰਾਹ ਦੱਸਿਆ ਤੁਹਾਂ, ਜੋ ਚਿੱਕੜੇ ਤੁਹਾਂ ਦੂਜਿਆਂ ਲੋਕਾਂ ਦੇ ਸੁੱਟ ਕੇ ਤੇ ਜੁਮਾ, ਮੈਂ ਹੁਣ ਕੀ ਦੱਸਾਂ ਕਿ ਮੈਂ ਝੋਲੀ 'ਚ ਪਾ ਕੇ ਤੁਹਾਡੇ ਕੋਲੋਂ ਕੀ ਖੜਨ ਲੱਗਾ, ਮੈਨੂੰ ਇਹਦਾ ਜਵਾਬ ਦਿਓ। ਇਹਦੀ ਤਾਈਦ ਦੇ ਵਿੱਚ ਨਾ ਇੱਕ ਦੋ ਹੋਰ ਵੀ ਬੰਦੇ ਆ ਗਏ, ਉਹ ਵੀ ਬਹਿ ਗਏ, ਉਹ ਕਹਿੰਦੇ ਨੇ ਜੀ ਗੱਲ ਆ ਠੀਕ ਕਰਦੇ ਨੇ ਪਏ ਬੰਦੇ, ਅਤੇ ਵਾਕਈ ਗੱਲ ਤਾਂ ਠੀਕ ਹੈ, ਤਾਂ ਦਿਓ ਜਵਾਬ। ਉਹਨੇ ਜਵਾਬ ਕਾਹਦਾ ਦੇਣਾ ਹੈ? ਉਹ ਇਸ ਤਰ੍ਹਾਂ ਦਾ ਬੰਦਾ ਹੈ ਜੀ। ਸਾਡੇ ਪਿੰਡ ਨਾ ਮਲਕਾਂ ਦੀ ਬੇਟੀ ਦੀ ਸ਼ਾਦੀ ਸੀ, ਅਤੇ ਤੇਲੀ ਉਹਨਾਂ ਨੂੰ ਆਉਂਦੇ ਕੋਲੂ ਸ਼ੋਲੂ, ਉੱਥੇ ਕੋਲੂ ਹੀ ਸੀ ਜਿੱਥੇ ਡੇਰਾ ਅਤੇ ਲੋਕ ਆਉਂਦੇ ਜਾਂਦੇ, ਅਤੇ ਅਹਿਲੇ ਹਦੀਸ ਦਾ ਇਲਾਕਾ ਸੀ ਉਹ ਸਾਰਾ ਨਾ, ਉਸ ਪਾਸੇ ਉੱਥੇ ਮਹਿਫਲਾਂ ਲੱਗਦੀਆਂ ਹੁੰਦੀਆਂ। ਉੱਥੇ ਨਾ ਉਹਨਾਂ ਨੇ ਮਲਕਾਂ ਨੇ ਸਾਨੂੰ ਵੀ ਬੁਲਾਇਆ, ਅਤੇ ਉਹ ਮਲਕ ਜਿਨ੍ਹਾਂ ਦੀ ਬੇਟੀ ਦੀ ਸ਼ਾਦੀ, ਉਹਨਾਂ ਦੇ ਭਤੀਜੇ ਸਨ ਮੌਲਵੀ ਆਜ਼ਮ, ਉਹ ਬਹੁਤ ਬੜੇ ਮੌਲਵੀ ਸਨ, ਗੁਜਰਾਂ ਵਾਲੇ ਸਨ, ਵੱਡੇ ਪਾਏ ਦੇ ਜਿਹੜੇ ਜੋਟ ਸਨ। ਪਹਿਲਾਂ ਗੱਲ ਹੋਈ ਮੌਲਵੀ ਜ਼ਹੀਰ ਸਾਹਿਬ ਵਗੈਰਾ, ਉਹ ਉਸ ਪਾਏ ਦੇ ਹਨ, ਅਤੇ ਉੱਥੇ ਗੁਜਰਾਂ ਵਾਲੇ ਉਹ ਰਹਿੰਦੇ ਹਨ, ਅਤੇ ਉਹ ਸ਼ਾਦੀ ਦੇ ਆਪਣੀ ਭਤੀਜੀ ਦੀ ਸ਼ਾਦੀ ਦੇ ਉੱਤੇ ਆਏ ਹਨ। ਲੇਕਿਨ ਤਲਕ ਉਹਨਾਂ ਦੇ ਨਾਲ ਸਾਡੇ ਨਾ ਵਾਲਦਿਆਂ ਅਸੀਂ ਛੋਟੇ ਹੁੰਦੇ ਹਾਂ, ਸਾਨੂੰ ਉਹਨਾਂ ਦੇ ਵਾਲਦ ਸਾਡੇ ਵਾਲਦ ਦੇ ਸਾਰੇ, ਅਤੇ ਅਸੀਂ ਛੋਟੇ ਹਾਂ, ਅਤੇ ਇਹ ਮੌਲਵੀ ਸਾਹਿਬ ਸਾਡੇ ਨਾਲ ਕੁਛ ਵੱਡੇ ਹਨ, ਕੋਈ 5-6 ਸਾਲ ਵੱਡੇ ਹੋਣਗੇ ਸਾਡੇ ਨਾਲ। ਅਤੇ ਉਹਨਾਂ ਨੂੰ ਉਹ ਸਾਰਾ ਨਕਸ਼ਾ ਪਹਿਲਾਂ ਉਹ ਮੌਲਵੀ ਸਾਹਿਬ ਨੂੰ ਯਾਦ ਹੋਏਗਾ। ਅਤੇ ਜਦੋਂ ਉਹਨਾਂ ਨੇ ਬੁਲਾਇਆ ਨਾ ਸ਼ਾਦੀ ਦੇ ਉੱਤੇ, ਅਤੇ ਜਦੋਂ ਗਏ ਅਤੇ ਜਾਂਦਿਆਂ ਨਾ ਉਹ ਮੈਂ ਵੇਖਿਆ ਅਤੇ ਮੌਲਵੀ ਆਜ਼ਮ ਸਾਹਿਬ ਬੈਠੇ ਮੰਜੀ ਦੇ ਉੱਤੇ, ਅਤੇ ਵਾਹਵਾ ਮੋਟੇ ਤਾਜ਼ੇ ਹੋ ਗਏ ਹਨ ਮੌਲਵੀ ਸਾਹਿਬ। ਉਦੋਂ ਤਾਂ ਪਹਿਲਾਂ ਜਦੋਂ ਇੱਥੇ ਲੜਕਪਨ ਜਿਹੇ ਉਦੋਂ ਤਾਂ ਪਤਲੇ ਜਿਹੇ, ਅਤੇ ਉਹ ਮੈਂ ਗਿਆ ਅਤੇ ਜਾ ਕੇ ਸਾਹਮਣੇ ਹੋਇਆ, ਅਤੇ ਮੈਂ ਆਖਿਆ ਮੌਲਵੀ ਸਾਹਿਬ ਸਲਾਮ ਅਲੈਕਮ, ਅਤੇ ਉਹ ਉੱਠ ਪਏ, ਉੱਠ ਕੇ ਮੈਨੂੰ ਗਲੇ ਲਾ ਲਿਆ, ਅਤੇ ਨਾਲ ਮੈਨੂੰ ਆਖਣ ਲੱਗੇ ਮੇਰੇ ਚਾਚੇ ਦੇ ਆ ਪੁੱਤਰਾ ਹੈ ਜੀ, ਅਤੇ ਬੜਾ ਉਹਨਾਂ ਪਿਆਰ ਕੀਤਾ, ਅਤੇ ਨਾਲ ਹੀ ਅਸਾਂ ਖਿੱਚ ਕੇ ਅਤੇ ਉਹਨਾਂ ਨੇ ਬਿਠਾ ਲਿਆ। ਉਹ ਜਦੋਂ ਇਹ ਵਾਕਿਆ ਇਸ ਤਰ੍ਹਾਂ ਮੌਲਵੀ ਸਾਹਿਬ ਦੇ ਨਾਲ ਮੇਰਾ ਉਹਨਾਂ ਦਾ ਉਹ ਹੁਸਨੇ ਸਲੂਕ ਅਤੇ ਉਹ ਪੇਸ਼ ਹੋਇਆ ਨਾ, ਅਤੇ ਉਹ ਤਾਂ ਹੱਕਾ ਬੱਕਾ ਰਹਿ ਗਏ, ਉਹ ਜਿਹੜੇ ਮੌਲਵੀ ਟਾਈਪ ਸਨ ਸਾਰੇ ਲੋਕ, ਉਹ ਤਾਂ ਹੱਕਾ ਬੱਕਾ। ਉਹ ਨਾ ਉਨੀ ਦੇਰ ਨੂੰ ਕੋਈ 10 ਮਿੰਟ ਨਹੀਂ ਗੁਜ਼ਰੇ ਹੋਣੇ ਬੈਠੇ ਨੂੰ, ਅਤੇ ਕਿਸੇ ਨੇ ਨਾ ਇੱਕ ਥਾਲ ਦੇ ਵਿੱਚ, ਉਹ ਥਾਲ ਹੁੰਦੇ ਹਨ ਉਹ ਤਰਾਮਾਂ ਕਿ ਕੀ ਪਿੱਤਲ ਦੇ ਉਸ ਜ਼ਮਾਨੇ ਪਿੰਡਾਂ, ਉਹ ਥਾਲ ਭਰਿਆ ਅਮਰੂਦ ਕੱਟ ਕੇ ਨਾ, ਅਤੇ ਉਹ ਥਾਲ ਦੇ ਵਿੱਚ ਭਰਿਆ, ਅਤੇ ਉਹ ਲਿਆ ਕੇ ਅਤੇ ਇਸ ਤਰ੍ਹਾਂ ਨਾਲ ਅੱਗੇ ਰੱਖ ਦਿੱਤਾ। ਅਤੇ ਉਹ ਮੌਲਵੀ ਸਾਹਿਬ ਆਜ਼ਮ ਸਾਹਿਬ ਫਰਮਾਨ ਲੱਗੇ ਚੋ ਸਾਹਿਬ ਸ਼ੁਰੂ ਕਰੋ ਹੈ ਜੀ। ਅਤੇ ਉਹ ਮੈਨੂੰ ਤਾਂ ਪਤਾ ਸੀ ਕਿ ਹੁਣ ਮੈਂ ਲਾਜ਼ਮੀ ਖਾਣੇ ਹੀ ਖਾਣੇ ਨੇ, ਕਿਉਂਕਿ ਆਹ ਸਾਰੀ ਦੁਨੀਆ ਬੈਠੀ ਹੈ, ਅਤੇ ਮੌਲਵੀ ਅਤੇ ਮੌਲਵੀ ਜਾਣੇ ਦੁਨੀਆ ਜਾਣੇ, ਮੈਨੂੰ ਇਸ ਗੱਲ ਦਾ ਕੀ ਹੈ ਜੀ। ਉਹ ਮੈਂ ਤਾਂ ਬੜੇ ਮਜ਼ੇ ਦੇ ਨਾਲ ਨਾ ਮਤਲਬ, ਬਲਕਿ ਉਹ ਚੁੱਕ ਕੇ ਥਾਲ ਸਾਹਮਣੇ ਮੰਜੀ ਵਾਲੇ ਨੇ ਉਹਨਾਂ ਦੇ ਅੱਗੇ ਮੈਂ ਕੀਤਾ ਕਿ ਲੈ ਲਓ ਥੋੜ੍ਹਾ ਥੋੜ੍ਹਾ, ਉਹਨਾਂ ਵੀ ਲਿਆ, ਅਤੇ ਮੌਲਵੀ ਸਾਹਿਬ ਮੈਂ, ਅਤੇ ਮੈਨੂੰ ਤਾਂ ਪਤਾ ਹੀ ਹੁਣ ਅੱਗਾਂ ਲੱਗ ਗਈਆਂ, ਅਤੇ ਸਮਝੋ ਮਤਲਬ ਤਬਾਹੀ ਹੋ ਗਈ। ਇਹਨੇ ਚੇਤੇ ਨਾ ਗੱਪ ਸ਼ੱਪ ਲਾਈ, ਬੈਠੇ ਕੋ ਘੰਟਾ ਇਹ ਉਹ, ਅਤੇ ਉਹ ਬਰਾਤ ਹਾਲੇ ਨਹੀਂ ਸੀ ਆਈ, ਅਤੇ ਜਦੋਂ ਤੱਕ ਬਰਾਤ ਨਾ ਆਏ ਫਿਰ ਲੋਕ ਥੋੜ੍ਹਾ ਬਹੁਤਾ ਹਾਜ਼ਰੀ ਲਵਾ ਕੇ ਅਤੇ ਇੱਧਰ ਉੱਧਰ, ਅਤੇ ਮੈਂ ਉੱਠ ਕੇ ਅਤੇ ਮੈਂ ਕਿਹਾ ਮੌਲਵੀ ਸਾਹਿਬ ਮੈਂ ਫਿਰ ਦੁਬਾਰਾ ਹਾਜ਼ਰ ਹੁੰਦਾ, ਉਹਨਾਂ ਅਮਰੂਦ ਸ਼ਰੂਦ ਖਾਧੇ ਸਾਰੇ, ਗੱਪ ਸ਼ੱਪ ਲਾਈ ਚੰਗੀ,
ਤੇ ਮੈਂ ਘਰ ਚਲਾ ਗਿਆ ਤੇ ਘਰ ਇਹ ਕਿ ਸਾਡਾ ਪਿੰਡ ਦੇ ਦੂਸਰੇ ਪਾਸੇ ਘਰ ਸੀ, ਇਹ ਜਿਹੜਾ ਮਲਕਾਂ ਦਾ ਇਹ ਦੂਸਰੇ ਪਾਸੇ ਤੇ ਸਾਰਾ ਪਿੰਡ ਲੰਘ ਕੇ ਜਾਣਾ ਪੈਂਦਾ। ਕੋਈ ਘੰਟਾ ਕੋ ਲੰਘ ਗਿਆ ਨਾ 2:30 ਤੇ ਮੈਂ ਅੰਦਾਜ਼ਾ ਕੀਤਾ ਕਿ ਹੋ ਸਕਦਾ ਹੁਣ ਬਰਾਤ ਆ ਗਈ ਹੋਏ। ਤੇ ਉਹ ਜਦੋਂ ਮੈਂ ਵਾਪਸ ਨਾ ਉਹ ਪਿੰਡ ਦੇ ਦਰਮਿਆਨ 'ਚੋਂ ਦੀ ਗਲੀ ਤੰਗ ਜਿਹੀ ਆਉਂਦੀ, ਉਸ ਗਲੀ ਦੇ ਵਿੱਚ ਮੈਂ ਉਹ ਹੀ ਰਸਤਾ ਸੀ ਉਧਰ ਆਉਣ ਜਾਣ, ਉੱਥੋਂ ਦੀ ਮੈਂ ਆਵਾਂ ਪਿਆ ਤੇ ਅੱਗੇ ਇੱਕ ਨਾ ਕਰਾਮਤ ਵਾਲਾ ਸੀ ਇੱਕ ਲੜਕਾ, ਉਹ ਮੇਰੇ ਬੜਾ ਕਲੋਜ਼ ਸੀਗਾ ਰਹਿਮਦੀ, ਹੁਣ ਵੀ ਕਲੋਜ਼ ਨੇ ਉਹ ਦੋਵੇਂ ਭਾਈ, ਸਭ ਤੋਂ ਜ਼ਿਆਦਾ ਸਾਡੇ ਤਲਕ ਉਹਨਾਂ ਨਾਲ ਨੇ, ਉਹ ਵਾਲਿਆਂ ਦੇ ਨਾਲ। ਤੇ ਉਹ ਨਾ ਅੱਗੋਂ ਮੈਨੂੰ ਉਸ ਗਲੀ 'ਚ ਮਿਲ ਗਿਆ ਤੇ ਉਹ ਮੈਨੂੰ ਆਂਦਾ ਹੈ ਭਾਈ ਹੁਣ ਕੋਈ ਕਸਰ ਰਹਿ ਗਈ ਆ ਬਾਕੀ ਜਿਹੜੀ ਕੱਢਣ ਚੱਲਿਆ। ਮੈਂ ਕਿਹਾ ਓਏ ਕਾਹਦੀ? ਹਾਂ ਉੱਥੇ ਨਾ ਜਾਈ ਚੌਧਰੀ, ਉੱਥੇ ਨਾ ਜਾਈ, ਭਾ ਨਾ ਜਾਈ, ਭਾਜੀ ਨਾ ਜਾਏ ਉੱਥੇ। ਮੈਂ ਹੋ ਗਈ ਉੱਥੇ ਤੇ ਤਬਾਹੀ ਲੈ ਗਈ ਏ। ਮੈਂ ਹੋਇਆ ਕੀ ਏ? ਮਾਸਟਰ ਜੀ ਨੇ ਕਿਤੇ ਘੱਲਿਆ ਰੁਕਾ ਲਿਖ ਕੇ ਨਾ ਚਿੱਟ ਤੇ ਮੌਲਵੀ ਸਾਹਿਬ ਦੇ ਅੱਗੇ ਕਿ ਮੌਲਵੀ ਸਾਹਿਬ ਕੋਈ ਦੱਸੋ ਕਿ ਇਹਨਾਂ ਮਰਜ਼ਈਆਂ ਦੇ ਨਾਲ ਖਾਣਾ ਪੀਣਾ ਜਾਇਜ਼ ਹੈ ਕਿ ਨਹੀਂ। ਹਾਂਜੀ ਉਹਨਾਂ ਨੇ ਉਹ ਕਿਤੇ ਰੁਕਾ ਲਿਆ, ਉੱਪਰਾਂ ਬੈਠੇ ਸਨ ਮਸ਼ੀਨ ਆਟਾ ਪੀਣ ਵਾਲੀ, ਤੇ ਉੱਥੇ ਦਰਖਤ ਥੱਲੇ ਉੱਥੋਂ ਟੋਲੀ ਬੈਠੀ, ਉਹਨਾਂ ਰੁਕਾ ਭੇਜਿਆ ਉੱਥੇ ਉਹਦੇ। ਅਤੇ ਉਹ ਮੌਲਵੀ ਸਾਹਿਬ ਨੇ ਪੜ੍ਹਿਆ, ਮੌਲਵੀ ਸਾਹਿਬ ਤੇ ਇਹ ਫਿਰ ਉੱਠੇ ਨੇ ਮੰਜੀ ਦੇ, ਤੇ ਉਹਨੇ ਆਖਿਆ ਓਏ ਲੋਕੋ, ਓਏ ਮੈਂ ਜਿੱਦਾਂ ਤੱਕ ਹੋ ਗਿਆ ਮੈਨੂੰ ਇੱਥੇ ਤੇ ਮੈਂ ਬਾਸੂਪਨ ਨੂੰ ਜਦੋਂ ਆਉਣਾ ਉਹਨੂੰ ਤੇਲੀ ਬਣ ਕੇ ਆਉਣਾ, ਅਤੇ ਮੇਰੇ ਮਕਾਮ ਨੂੰ ਤੁਹਾਂ ਪਛਾਣਿਆ ਨਹੀਂ ਕਿ ਮੈਂ ਆ ਤੁਹਾਡਾ ਸਾਰਾ ਪਿੰਡ ਜਿਹੜਾ ਬਣਵਾ ਕੇ ਮਾਰ ਸਕਣਾ, ਅਤੇ ਤੁਹਾਨੂੰ ਹਾਲੇ ਵੀ ਨਾ ਸ਼ਰਮ ਆਈ ਹੈ ਨਾ ਹਯਾ ਆਈ ਹੈ। ਅਤੇ ਉਹ ਹੈ ਸਨ ਅਹਿਲ ਹਦੀਸ, ਮੌਲਵੀ ਵੀ ਅਹਿਲ ਹਦੀਸ ਸੀ। ਉਹਨਾਂ ਆਖਿਆ ਤੁਸੀਂ ਬੜੇ ਵੱਡੇ ਬੇਗੈਰਤ ਹੋ। ਜਦੋਂ ਉਹਨੇ ਉੱਚੀ ਉੱਚੀ ਉੱਠ ਕੇ ਤੇ ਤਕਰੀਰ ਕੀਤੀ, ਉਹ ਰੁਕਾ ਪੜ੍ਹ ਕੇ, ਤੇ ਉਹ ਜਿਹੜਾ ਅਸਲ ਮੌਲਵੀ ਸੀ ਨਾ, ਮੌਲਵੀ ਅਹਿਮਦ ਹਸਨ ਜਿਹਨਾਂ ਜਿਹੜਾ ਜਿਹਦੀ ਅੱਗੇ ਜ਼ਿਕਰ ਕਰ ਚੁੱਕਿਆ, ਉਹ ਵੀ ਆ ਗਿਆ। ਉਹਨੇ ਨਾ ਉਹ ਹੁਣ ਉਹਦਾ ਮਕਾਮ ਮੌਲਵੀ ਨੂੰ ਤੇ ਮਤਲਬ ਕਿ ਵਾਰਾ ਨਹੀਂ ਸੀ ਖਾਂਦਾ ਕਿ ਮੇਰੇ ਏਡੇ ਵੱਡੇ ਮੌਲਵੀ ਨੂੰ ਕੋਈ ਬਿਜ਼ਤ ਕਰੇ ਜਾਂ ਇਹ ਉਹ, ਤੇ ਚੇਲੇ ਚਾਂਡੇ ਹਨ ਛੋਟੇ। ਉਹ ਡੰਡਾ ਲੈ ਕੇ ਤੇ ਉਹ ਉਹਨਾਂ ਦੇ ਪਿੱਛੇ ਚੜ੍ਹ ਗਿਆ। ਉਹ ਮੌਲਵੀ ਜਿਹੜਾ ਮਕਾਮੀ ਸੀ ਮੌਲਵੀ ਆਜ਼ਮ ਤੋਂ ਦੇ ਗੁੱਸਾ ਵੇਖ ਕੇ, ਤੇ ਉਹ ਅੱਗੇ ਨੱਸੇ ਫਿਰਨ, ਉਹ ਪਿੱਛੇ ਨਾ। ਉਹ ਸਾਰੀ ਗੱਲ ਗਲੀ 'ਚ ਮੈਨੂੰ ਕਰਾਮਤ ਵਾਲੇ ਸੁਣਾਈ ਕਿ ਉੱਥੇ ਤੇ ਆ ਹੋਇਆ ਹੀ, ਤੇ ਹੁਣ ਉੱਥੇ ਨਾ ਜਾਈ। ਮੈਂ ਜਾਵਾਂ ਹੀ ਜਾਵਾਂ, ਬੱਚੀ ਦੀ ਸ਼ਾਦੀ ਹੈ, ਮੈਂ ਸਲਾਮੀ ਦੇਣੀ ਬੇਟੀ ਨੂੰ। ਅਤੇ ਮੈਂ ਟੁਰ ਗਿਆ ਜੀ, ਉੱਥੇ ਗਿਆ ਅਤੇ ਉਹ ਨਾ ਨੀਚੇ ਇਸ ਤਰ੍ਹਾਂ ਨਾ ਅੱਜ ਵਿਆਹ ਨਹੀਂ ਵਿਛਿਆ, ਇਸ ਤਰ੍ਹਾਂ ਕੱਪੜੇ ਵਿਛਾਉਂਦੇ ਹਨ ਨੀਚੇ, ਅਤੇ ਇੱਕ ਇੱਧਰ ਬਹਿੰਦਾ ਸੀ ਬੰਦਾ, ਇੱਕ ਇੱਧਰ ਬਹਿੰਦਾ ਸੀ, ਦਰਮਿਆਨ ਦੇ ਵਿੱਚ ਖਾਣਾ ਰੱਖਦੇ ਹਨ। ਉਹ ਦੋ ਬੰਦਿਆਂ ਦੇ ਅੱਗੇ ਨਾ ਉਹ ਖਾਣਾ ਉਹ ਇੰਜ ਤੇ ਨਾਲ ਉਹ ਪਿੰਡਾਂ ਦਾ ਹਿਸਾਬ ਉਹ ਜ਼ਮਾਨੇ ਦੇ ਵਿੱਚ। ਅਤੇ ਜਿਹੜਾ ਮੌਲ ਸੀ ਨਾ ਮਕਾਮੀ ਅਹਿਮਦ ਹਸਨ, ਉਹਨਾਂ ਦਾ ਬੇਟਾ ਸੀ ਬਲਾਲ, ਅਤੇ ਉਹ ਬੈਠਾ ਸੀ ਉੱਥੇ ਨਾ ਇਸ ਤਰ੍ਹਾਂ ਸ਼ੁਰੂ ਕਰਦੇ, ਅਤੇ ਮੈਂ ਉਹਦੇ ਸਾਹਮਣੇ ਨਾਲ ਬਹਿ ਗਿਆ, ਅਤੇ ਮੈਂ ਬੈਠਾ ਅਤੇ ਮੈਂ ਕਿਹਾ ਬਲਾਲ ਮੈਂ ਅਤੇ ਤੂੰ ਇਕੱਠੇ ਖਾ ਲੈਂਦੇ ਹਾਂ। ਅਤੇ ਉਹ ਆਂਦਾ ਰੱਬ ਦਾ ਅੱਲਾ ਦਾ ਵਾਸਤੇ ਭਾ ਮੈਨੂੰ ਬਚਾਈ। ਉਹ ਅਬਦੁਲ ਹਕ ਵੜਿਆਈ ਸਾਹਿਬ ਜਿਹੜੇ, ਉਹ ਮੇਰੀ ਇੱਕ ਹਮਸ਼ੀਰਾ ਸਭ ਤੋਂ ਛੋਟੀ ਉੱਥੇ ਸ਼ਾਦੀ ਹੋਈ ਸੀ ਉਸ ਪਿੰਡ ਨਾ ਖੈਰੇ ਪਿੰਡ, ਅਤੇ ਉਹਨਾਂ ਦਾ ਉਹ ਜੇਠ ਲੱਗਦਾ ਸੀ ਬਰਾਦਰੀ ਦੇ ਵਿੱਚ ਨਾ ਅਬਦੁਲ ਹਕ ਵੜਿਆਈ, ਅਤੇ ਉਹ ਸਮਝਦਾਰ ਬੜਾ ਹੈ। ਅਤੇ ਉਹਦੇ ਨਾਲ ਬੜਾ ਮੇਰਾ ਕਲੋਜ਼ ਨਾ, ਉਹਦੇ ਸਿਆਣੇ ਹੋਣ ਦੇ ਮਤਲਬ ਕਿ ਨਾਤੇ ਨਾ। ਔਰ ਬਾਕੀ ਜਾਟੀ ਸਨ ਸਾਰੇ, ਪੈਲੀਆਂ ਮੇਰੇ ਅੰਗਰ ਨਾ ਵਾਹਣ ਵਾਲੇ ਦੇ ਇਹ ਉਹ ਥੋੜ੍ਹਾ ਜਿਹਾ ਨਾ ਸੁਲਝਿਆ ਹੈ। ਅਤੇ ਉਹਦੇ ਨਾਲ ਮੈਂ ਬੜਾ ਮਤਲਬ ਕਿ ਜਾਣ ਮਿਲਣਸਾਰ, ਅਤੇ ਉਹ ਫਿਰ ਆ ਜਾਂਦਾ ਹੁੰਦਾ ਪਿੰਡ ਵੀ, ਅਤੇ ਉਹਨੂੰ ਮੈਂ ਤਬਲੀਗ ਬੜੀ ਕਰਦਾ ਹੁੰਦਾ ਹਾਂ ਨਾ, ਅਤੇ ਉਹ ਸੁਣਦਾ ਹੁੰਦਾ ਸੀ ਧਿਆਨ ਨਾਲ, ਤਵੱਜੋ ਨਾਲ, ਅਤੇ ਉਹਨੇ ਵੀ ਗੱਲਾਂ ਸੁਣਾਉਣੀਆਂ, ਫਲਾਣਾ ਆਉਂਦਾ। ਅਤੇ ਉਹਦਾ ਬਹਿਨ ਹੋਈ ਸੀ ਅਲੌਰੀ ਚੱਕ, ਫੈਜ਼ ਰਸੂਲ ਉਹਦਾ ਨਾਂ ਸੀ। ਅਤੇ ਉਹ ਨਾ ਕਾਫੀ ਦੇਰ ਤੋਂ ਮਤਲਬ, ਅਤੇ ਉਹਨੂੰ ਸ਼ੱਕ ਕੋਈ ਨਹੀਂ ਸੀ ਰਹਿ ਗਿਆ ਨਾ ਇਹਦੇ 'ਚ ਅਹਿਮਦੀਅਤ ਦੀ ਸੱਚਾਈ 'ਚ। ਲੇਕਿਨ ਉਹਨੇ ਨਾ ਇੱਕ ਆਖਰੀ ਆਪਣੀ ਜਿਹੜੀ ਸੀ ਨਾ ਉਹਨੂੰ ਦੂਰ ਕਰਨ ਵਾਸਤੇ, ਉਹ ਫੈਜ਼ ਰਸੂਲ ਨੇ ਉਹਨੂੰ ਆਖਿਆ ਕਿ ਉਹਨੇ ਗੱਲਾਂ ਸੁਣਾਈਆਂ ਨਾ ਕਿ ਉਹ ਸੱਚੇ ਹੈ, ਇੰਜੇ ਅਤੇ ਉਹ ਹੱਕ ਸੱਚ ਲੱਗਦਾ, ਮੁਹੰਮਦ ਦੀ ਆਉਣਾ ਸੀ ਇੰਜੇ। ਅਤੇ ਉਹਨੇ ਫੈਜ਼ ਰਸੂਲ ਨੇ ਆਖਿਆ ਕਿ ਬੰਦਾ ਤਾਂ ਮੈਨੂੰ ਲੱਗਦਾ ਫਿਸਲਣ ਡਿਆ। ਉਹਨੇ ਆਖਿਆ ਉਹਨੂੰ ਮੇਰੇ ਕੋਲ ਲਿਆ, ਸਾਡਾ ਮੌਲ ਵੀ ਬੜਾ ਮਤਲਬ ਕਿ ਜ਼ਬਰਦਸਤ ਬੰਦਾ, ਅਤੇ ਉਹ ਕਰ ਲਏਗਾ ਠੀਕ ਉਹਨੂੰ ਸਾਰੇ ਨੂੰ। ਉਹਨੇ ਮੈਨੂੰ ਆਖਿਆ ਇੰਨਾ ਉਹਨੂੰ ਮੇਰੇ ਨਾਲ ਅਸੀਂ ਤਲਕ ਭਰੋਸਾ ਕਿ ਇਤਮਾਦ ਕਿ ਉਹਨੇ ਉਹਦੇ ਨਾਲ ਦਿਨ ਤੈਅ ਕਰਨ ਤੋਂ ਬਾਅਦ, ਟਾਈਮ ਤੈਅ ਕਰਨ ਤੋਂ ਬਾਅਦ
ਮੈਨੂੰ ਸੁਣਾ ਭੇਜਿਆ ਕਿ ਲੌਰੀ ਚੱਕ ਜਾਣਾ ਫਲਾਂ ਦਿਨ ਯਾਨੀ ਪਰਸੋਂ ਜਾਂ ਚੌਥ, ਤੇ ਇਸ ਟਾਈਮ ਮਤਲਬ ਉੱਥੇ ਪਹੁੰਚਣਾ। ਤੇ ਮੈਂ ਕਿਹਾ ਤੂੰ ਵਾਅਦਾ ਕਰ ਲਿਆ ਹੈ? ਆਹੋ। ਮੈਂ ਫਿਰ ਜਾਵਾਂਗੇ। ਅਸੀਂ ਪੈਦਲ ਗਏ ਉੱਥੇ ਨਾ, ਗਰਮੀਆਂ ਹਨ, ਦਿਨ ਲੰਬੇ ਹਨ, ਤੇ ਸੁਬਾਹ ਉੱਠੇ ਤੇ ਨਿਕਲ ਗਏ। 10 ਵਜੇ ਗਾਲਬਨ ਉਹਨਾਂ ਦਾ ਟਾਈਮ ਸੀ ਕਿ ਉੱਥੇ ਮਤਲਬ ਕਿ ਤੁਸੀਂ ਪਹੁੰਚਣਾ। ਅਸੀਂ ਦੋਵੇਂ ਪੈਦਲ ਗਏ ਸਫ਼ਰ ਕਰਕੇ, ਅਲਹਮਦੁਲਿਲਾ ਉਦੋਂ ਹਿੰਮਤ ਹੈ ਸੀ। ਤੇ ਉੱਥੇ ਪਹੁੰਚੇ, ਉਹਨੂੰ ਪਾਣੀ ਸ਼ਾਣੀ ਖਿਦਮਤ ਇਹ ਉਹ ਜੋ ਵੀ ਉਹ ਫੈਜ਼ਲ ਰਸੂਲ ਸਾਹਿਬ, ਤੇ ਉਹਨੂੰ ਆਖਿਆ ਕਿ ਚਲੋ ਇਹ ਤਾਂ ਕੰਮ ਨਾਲ ਹੁੰਦਾ ਰਹੇਗਾ, ਤੂੰ ਮੌਲਵੀ ਸਾਹਿਬ ਨੂੰ ਬੁਲਾ। ਉਹਨੇ ਆਖਿਆ ਮੁੰਡੇ ਨੂੰ, ਉਹ ਮੁੰਡਿਆ ਆਪਣਾ ਮਤਲਬ ਜਾ ਮੌਲਵੀ ਸਾਹਿਬ ਨੂੰ ਬੁਲਾ ਕੇ ਲਿਆ। ਉਹ ਮੁੰਡਾ ਗਿਆ ਆਇਆ, ਮੌਲਵੀ ਸਾਹਿਬ ਆਉਂਦੇ ਨੇ ਮੈਂ ਆਉਣਾ ਤੂੰ ਚੱਲ। ਉਹ ਨਾ ਪਾਣੀ ਸ਼ਾਣੀ ਪੀਤਾ, ਖਾਣਾ ਖਾਧਾ, ਵਿਹਲੇ ਹੋਏ, ਮੌਲਵੀ ਸਾਹਿਬ ਨਹੀਂ ਆਏ। ਉਹ ਜਾ ਪਤਾ ਕਰ ਮੌਲਵੀ ਸਾਹਿਬ ਆਏ ਕਿਉਂ ਨਹੀਂ। ਉਹ ਗਿਆ, ਉਹ ਜਾ ਕੇ ਮੌਲਵੀ ਸਾਹਿਬ ਬਾਹਰ, ਬਸ ਮੈਂ ਆਇਆ। ਉਹ 12 ਵਜੇ ਜ਼ੋਰ ਲੰਘੀ, ਅੱਗੇ ਟਾਈਮ ਦਿਨ ਢਲਾ, ਆਖਿਆ ਕਿ ਫੈਜ਼ਲ ਰਸੂਲ ਸਾਡੇ ਨਾਲ ਕੋਈ ਮਜ਼ਾਕ ਕਰਨਾ, ਮੈਂ ਆਪ ਜਾਣਾ। ਆਪ ਗਿਆ ਜੀ, ਮੌਲਵੀ ਸਾਹਿਬ ਆਉਂਦੇ ਨੇ, ਪਿਓ ਆਂਦੇ ਲੈ ਹੁਣ ਮੈਂ ਆਇਆ। ਨਿੱਕੀ ਜੀ ਡੀਗਰ ਰਹਿ ਗਈ, ਮੌਲਵੀ ਸਾਹਿਬ ਨਾ ਆਏ। ਤੇ ਮੈਂ ਆਖਿਆ ਕਿ ਉਹਨੂੰ ਅਬਦੁੱਲਾ ਗਵੜਿਆ ਜੀ ਨੂੰ ਕਿ ਇਸ ਵਾਸਤੇ ਵਾਅਦਾ ਕੀਤਾ ਸੀ ਇਹਨਾਂ ਦੇ ਨਾਲ, ਆਖਾਂਗਾ ਉੱਠ ਚੱਲੀਏ, ਇਹ ਝੂਠੇ ਲੋਕ ਨੇ ਸਾਰੇ ਦੇ ਸਾਰੇ। ਆਖਾਂਗਾ ਮੈਨੂੰ ਇੱਕ ਵਾਰੀ ਟਾਈਮ ਦਿਓ, ਮੈਂ ਪਤਾ ਕਰ ਲਾਂ। ਇੱਕ ਵਾਰੀ ਗਿਆ ਤੇ ਉਹਨੇ ਆਖਿਆ ਮੌਲਵੀ ਤੇ ਫਲਾਣੇ ਥਾਂ ਤੁਰ ਗਿਆ, ਮੌਲਵੀ ਲੈਣ ਹੋਰ। ਉਹ ਅਬਦੁੱਲਾ ਸਾਹਿਬ ਆਖਣ ਲੱਗੇ ਕਿ ਇਹਨੇ ਨਾ ਆਉਣਾ ਤੇ ਨਾ ਉਹਨੇ ਆਉਣਾ, ਨਾ ਕਿਸੇ ਹੋਰ ਮੌਲਵੀ ਨਹੀਂ ਆਉਣਾ। ਸਾਰਾ ਦਿਨ ਲੰਘਾ ਕੇ ਸ਼ਾਮ ਨੂੰ ਫਿਰ 2 ਜਣੇ ਵਾਪਸ ਆਉਂਦੇ, ਉਹਨੇ ਆਖਿਆ ਮੇਰੀ ਬੈਤ ਕਰਾ ਲੈ। ਅੱਲਾ ਦੇ ਫਿਰ ਖੁਦਾ ਦੀ ਕੁਦਰਤ, ਖੁਦਾ ਦੀ ਕੁਦਰਤ, ਖੁਦਾ ਦੀ ਹਕਮਤ ਹਰ ਚੀਜ਼ ਦੇ ਵਿੱਚ। ਹੁਣ ਜਿਹੜੀਆਂ ਗੱਲਾਂ ਕਰਨਾ ਮੈਂ ਤੁਸੀਂ ਸੁਣਦੇ ਹੋ ਪਏ, ਮੈਂ ਮੇਰੀ ਕੈਟਾਗਰੀ ਵੇਖ ਕੇ ਇਹ ਹੈ ਕੋਈ ਬੰਦਾ ਮੰਨੇਗਾ ਕਿ ਇੰਝ ਹੋਇਆ, ਲੇਕਿਨ ਇੰਝ ਹੋਇਆ, ਪ੍ਰੈਕਟੀਕਲੀ ਹੋਇਆ। ਔਰ ਪਿੰਡ ਜਿਉਂਦੇ ਨੇ, ਲੋਕੀ ਵੱਸਦੇ ਨੇ। ਹਜ਼ੂਰ ਸਾਡੇ ਸਾਹਿਬ ਜਿਹੜੇ ਨੇ ਇੰਨੀ ਗੱਲ ਨੂੰ ਜਾਣਦੇ ਨੇ। ਮੈਂ ਹੁਣ ਵੀ ਹਜ਼ੂਰ ਦੇ ਨਾਲ ਨਾ ਇੱਕ ਸ਼ਾਦੀ ਸੀ, ਅਤੇ ਉਸ ਹਿਸਾਬ ਨਾਲ ਹਜ਼ੂਰ ਦੇ ਕੋਲ ਬੜਾ ਮੌਕਾ ਮਿਲਿਆ ਨਾ। ਮੇਰੀ 89 ਦੀ ਸੀ ਸ਼ਾਦੀ, ਇੱਕ ਮਰਬੀ ਸਾਹਿਬ, ਅਤੇ ਗੱਲਾਂ ਕਰਨ ਦਾ ਨਾ ਛੋਟੀਆਂ ਵੱਡੀਆਂ। ਮੈਂ ਆਖਰ ਮੈਂ ਹਜ਼ੂਰ ਪਿੰਡੋਂ ਹੋ ਆਵਾਂ, ਜਾਏ ਆਪ ਬਾਈ ਗਾँव में ही है ना, भाई पता भाई भी उत्थे ही मेरा छोटा उत्थे ही है, ਉਹਦੇ ਬੱਚਾ ਨਹੀਂ ਕੋਈ, भाई उधर ही है ना, जाए आप। ਇਹ ਵੇ ਕਿ ਪਤਾ ਨਹੀਂ, ਮੈਨੂੰ ਆਪੇ ਨਹੀਂ ਪਤਾ ਕਿ ਅੱਲਾ ਮੀਆਂ, ਮੈਂ ਤੇ ਉਹ ਖੁਦਾ ਦੇ ਕਾਰਨਾਮੇ ਤੇ ਕੰਮਾਂ ਤੋਂ ਹੈਰਾਨ ਹੋਣ ਡਿਆ। ਮੈਨੂੰ ਇਹ ਵੀ ਨਹੀਂ ਫਿਰ ਸਮਝ ਆਉਂਦੀ ਪਈ ਕਿ ਯਾਰ ਡਾਕਟਰ ਸਾਹਿਬ ਕਿੰਨੇ ਲੋਕਾਂ ਦੇ ਦਿਮਾਗ, ਅਕਲ, ਬੇਬਾਪ, ਪੜ੍ਹੇ ਲਿਖੇ, ਪਰ ਸਮਝ ਨਹੀਂ ਆਉਂਦੀ ਕਿ ਜਦੋਂ ਹਰ ਦੌਰ ਦੇ ਵੱਲ ਪਿੱਛੇ ਵੇਖੀਏ, ਜਿੰਨੇ ਵੀ ਦੌਰ ਗੁਜ਼ਰੇ ਨੇ, ਅੱਲਾ ਨੇ ਜਦੋਂ ਦੀ ਦੁਨੀਆ ਬਣਾਈ, ਹਜ਼ਰਤ ਆਦਮ अलैहिस्सलाम ਆਏ ਨੇ ਜਾਂ ਬਾਕੀ ਅੰਬੀਆ ਆਉਂਦੇ ਰਹੇ ਨੇ, ਉਹ ਇੱਕ ਚੰਗਾ ਭਲਾ ਨੇਕ ਆਦਮੀ ਆਉਂਦਾ, ਉਹ ਆਂਦਾ ਭਈ ਹਲਾਲ ਚੀਜ਼ਾਂ ਖਾਓ, ਹਰਾਮ ਨਾਲ ਤੁਹਾਡਾ ਸਿਹਤ ਦਾ ਨੁਕਸਾਨ ਹੋਏਗਾ। ਉਹ ਬੰਦਾ ਆ ਕੇ ਆਂਦਾ ਕਿ ਮੂੰਹ ਧੋਇਆ ਕਰੋ, ਵਜ਼ੂ ਕਰਿਆ ਕਰੋ, ਉਹ ਤੁਹਾਡੀ ਸਿਹਤ ਠੀਕ ਰਹੇਗੀ, ਰੋਜ਼ਾ ਰੱਖਿਆ ਕਰੋ, ਤੁਹਾਡਾ ਪੇਟ ਠੀਕ ਹੋ ਜਾਏਗਾ, ਤੁਹਾਡੀ ਸਿਹਤ ਠੀਕ ਹੋ ਜਾਏਗੀ। ਉਹ ਆਂਦਾ ਨਮਾਜ਼ਾਂ ਪੜ੍ਹਿਆ ਕਰੋ 5 ਵਕਤ, ਤੁਹਾਨੂੰ ਵਕਤ ਦੀ ਪਾਬੰਦੀ ਦਾ ਪਤਾ ਲੱਗੇਗਾ, ਅੱਲਾ ਦੀ ਯਾਦ ਕਰਿਆ ਕਰੋ, ਤੁਹਾਨੂੰ ਅੱਖਾਂ ਜਿਸਮ ਹਰ ਚੀਜ਼ ਦੇ। ਉਹ ਆ ਕੇ ਇਹ ਆਂਦਾ ਤੇ ਉਹਦੇ ਗੱਲ ਪੈਂਦੇ ਨੇ, ਕਿਉਂ ਵਾਏ? ਮੈਨੂੰ ਮੇਰੀ ਅਕਲੋਂ ਬਾਹਰ ਇਹ ਗੱਲ ਕਿ ਇੰਝ ਕਰਦੇ ਕਿਉਂ ਨੇ? ਹੈਂ, ਸਾਡੇ ਉੱਥੇ ਹੁਣ ਮੁਲਕ ਹੈ ਪਾਕਿਸਤਾਨ ਸਾਡਾ, ਉੱਥੇ ਤੁਸੀਂ ਵੇਖੋ ਹਾਂ, ਸ਼ਰਾਬੀ, ਜ਼ਾਨੀ, ਉਹ ਮੇਰੇ ਮੂੰਹ ਕੋਲ ਨਿਕਲਿਆ ਸੀ, ਜਿੰਨਾ ਵੱਡਾ ਇਹਨਾਂ ਕੰਮਾਂ ਦਾ ਕਰਦਾਰ ਦਾ ਬੁਰਾ ਹੋਏਗਾ ਓਨੀ ਵੱਡੀ ਇੱਜ਼ਤ ਹੈ। ਤੇ ਉਹ ਵੇਂਦੇ ਨੇ ਚੰਗੇ ਭਲੇ ਸਾਹਮਣੇ, ਲੇਕਿਨ ਕਿਤੇ ਉੱਥੇ ਅਹਿਮਦੀ ਲੱਭ ਜਾਏ ਤਾਂ ਉਹ ਉੱਥੇ ਆਉਂਦੇ ਨੇ ਉਹ ਮਨਾਰ ਢਾਓ ਇਹਨਾਂ ਦੇ, ਉਹ ਇਹਨਾਂ ਦੀਆਂ ਉਹ ਮਸੀਤਾਂ ਢਾਓ। ਉਹ ਤੁਹਾਨੂੰ ਇਹ ਵੀ ਨਹੀਂ ਪਤਾ, ਅੱਲਾ ਦੇ ਉਹ ਬੰਦੇ ਹੋ, ਸੋਚੋ ਤਾਂ ਸਹੀ, ਨਬੀ अलैहिस्सलाम ਨੇ ਕਿੰਨੀਆਂ ਲੋਕਾਂ ਦੇ ਗਿਰਜੇ ਜਾਂ ਮਸੀਤਾਂ ਜਾਂ ਕੋਈ ਸ਼ੈ, ਮਤਲਬ ਕਿ ਜਿਹੜੇ ਉਹ ਮੰਦਰ ਸ਼ੰਦਰ, ਅੱਲਾ ਨੇ ਤਾਂ ਕੁਰਾਨ ਕਰੀਮ 'ਚ ਆਖਿਆ ਇਹਨਾਂ ਦੀ ਹਿਫਾਜ਼ਤ ਕਰ। ਨਬੀ अलैहिस्सलाम ਵੇਂਦੇ ਆਇਆ ਹੋਰੇ ਕਿਉਂ ਇੰਝ ਕਰਦੇ ਨੇ? ਮੈਨੂੰ ਤਾਂ ਮੈਂ ਹੱਕਾ ਬਕਾਵਾਂ, ਮੈਂ ਮੇਰੀ ਅਕਲੇ ਨਾਕਸ ਜਿਹੜੀ ਉਹ ਕੰਮ ਨਹੀਂ ਕਰਦੀ, ਇੰਝ ਕਰਦੇ ਕਿਉਂ ਨੇ? ਹੈਂ, ਸਮਝ ਨਹੀਂ ਆਉਂਦੀ ਕੋਈ। ਮੈਂ ਨਾ ਮੈਂ ਪਹਿਲਾਂ ਗੱਲ ਮੇਰਾ ਨਹੀਂ
ਮੇਰੀ ਸਭ ਤੋਂ ਵੱਡੀ ਭੈਣ ਜੀ ਉਹਦਾ ਨਾਮ ਮੁਹੰਮਦ ਬੀਬੀ, ਤੇ ਅਲਹਮਦੁਲਿਲਾ ਉਹ ਦਰਵੇਸ਼ ਆਦਮੀ ਸੀ, ਉਹਨੇ ਤਾਂ ਬੈਤ ਕੀਤੀ, ਅਹਿਮਦੀ ਹੋਈ, ਸਾਰਾ ਕੁਛ ਹੋਇਆ। ਉਹਦੇ ਤੋਂ ਛੋਟੀ ਵੀ ਮਨਵਰ ਦੀ ਅੰਮੀ ਵੀ, ਉਹ ਵੀ, ਫਿਰ ਸਭ ਤੋਂ ਛੋਟੀ ਜਿਹੜੀ ਸੀ ਉਹ ਵੀ। ਮਤਲਬ ਇਸ ਤਰ੍ਹਾਂ ਨਾ ਅੱਲਾਹ ਤਾਲਾ ਨੇ ਮਤਲਬ ਕਿ ਜਿਹੜੇ ਆਪਣੇ ਭੈਣ ਭਰਾ ਫਿਰ ਉਹਨਾਂ ਦੀਆਂ ਅੱਗੇ ਔਲਾਦਾਂ ਜਿਹੜੀਆਂ ਨੇ ਉਹਨਾਂ 'ਚ ਵੀ ਅੱਲਾਹ ਨੇ ਫਜ਼ਲ ਕੀਤਾ। ਇਹ ਜਿਹੜਾ ਸੀ ਨਾ ਇਹਦਾ ਵੱਡਾ ਬੇਟਾ ਮੇਰਾ ਭਾਣਜਾ ਅਮਾਨੁੱਲਾ ਬਾਜਵਾ, ਸਖਾਣਾ ਬਾਜਵਾ ਪਿੰਡ ਸੀ ਇਹਨਾਂ ਦਾ ਨਾ, ਉਹਦੇ ਬਾਅਦ ਫਿਰ ਸ਼ਿਫਟ ਹੋ ਗਿਆ ਗੁਜਰਾਲ। ਅਤੇ ਇਹ ਜਿਹੜਾ ਅਮਾਨੁੱਲਾ ਬਾਜਵਾ ਹੈ ਨਾ ਆਪਾਂ ਵੱਡੀ ਦਾ ਬੇਟਾ ਮੇਰਾ ਭਾਣਜਾ, ਮੇਰਾ ਹਮ ਉਮਰ ਹੈ, ਮੇਰੇ ਨਾਲ 1 ਮਹੀਨਾ ਛੋਟਾ, ਇੱਕੋ ਜਿਹੇ ਸੀ। ਅਤੇ ਇਹ ਨਾ ਬੜਾ ਉਹ ਸਿਆਣਾ ਅਤੇ ਬਹੁਤਾ ਹੀ ਸਿਆਣਾ, ਅਤੇ ਹਰ ਵਕਤ ਉਹਨੂੰ ਸਾਰ ਚੀਜ਼ ਸਮਝਾਉਣੀ ਕਰਨੀ। ਉਹਨੇ ਫਿਰ ਕਿਸੇ ਨਾ ਕਿਸੇ ਨੂੰ ਲੈ ਕੇ ਨਾ ਆ ਜਾਣਾ ਮੇਰੇ ਕੋਲ, ਲੈ ਹੁਣ ਗੱਲ ਕਰ। ਇਸ ਤਰ੍ਹਾਂ ਨਾ ਇੱਕ ਦਫਾ ਨਾ ਇੱਕ ਲੜਕਾ ਸੀ ਤਫੈਲ, ਉਹ ਵੀ ਰੱਤੇ ਦਾ ਸੀ, ਪਿੱਛੋਂ ਗੁਜਰਾ ਹੁੰਦਾ ਸੀ, ਅਤੇ ਮਾਸਟਰ ਖਾਲਕ ਜਿਹਦੀ ਮੈਂ ਗੱਲ ਕਰੀ ਜਿਹੜਾ ਆਉਂਦਾ ਸੀ ਉਹ ਲੋਕ ਹੋਣ ਤੇ ਸਾਡੀ ਹੱਡ ਧਰਮੀ ਇਹਨਾਂ ਨਾ ਮੰਨੀਏ, ਅਤੇ ਉਹਦਾ ਭਾਈ ਛੋਟਾ ਪੜ੍ਹਦਾ ਸੀ। ਅਤੇ ਉਹਨੂੰ ਉਹ ਦੋਵੇਂ ਜਣੇ ਆ ਗਏ ਨਾ ਉੱਥੇ ਗੁਜਰਾਂ ਵਾਲੇ ਉੱਥੇ ਘਰ, ਅਤੇ ਉਹ ਕਹਿਣ ਲੱਗੇ ਕਿ ਹੁਣ ਤੇਰਾ ਪਤਾ ਲੱਗੇਗਾ ਹਾਂ ਹਦੀਸਾਂ ਦੀ। ਹਾਂਜੀ, ਮੈਂ ਕਿਹਾ ਲਿਆਓ ਜੀ ਹਦੀਸ, ਨਬੀ ਪਾਕ ਸਲਮ ਦੀ ਹਦੀਸ ਕਿਹੜੀ? ਕਿਤਾਬ ਲਿਆਂਦੀ ਨਾਲ, ਹਦੀਸ ਲਿਆਂਦੀ ਨਾਲ, ਹਵਾਲਾ ਉਹ ਕਿਤਾਬ ਸਾਰੇ, ਅਤੇ ਵਿਖਾਇਆ ਆਹ ਵੇਖੋ ਕਿ ਉੱਥੇ ਨਾ ਨਬੀ ਜਦੋਂ ਮਤਲਬ ਮੁਹੰਮਦ ਦੀ ਆਉਣਗੇ ਕਿ ਹਜ਼ਰਤ ਈਸਾ ਅਲੈਹਿ ਸਲਾਮ ਪਤਾ ਨਹੀਂ ਕਣ ਗਏ, ਅਤੇ ਉਹ ਆ ਕੇ ਤੇ ਨਬੀ ਪਾਕ ਸਲਮ ਦੇ ਉਹ ਨਾਲ ਨਾ ਕੋਲ ਉਹਨਾਂ ਦਾ ਮਕਬਰਾ ਨਬੀ ਪਾਕ ਸਲਮ ਦੇ ਕੋਲ ਬਣੇਗਾ ਨਾਲ। ਹਾਂਜੀ, ਅਤੇ ਉਹ ਤਾਂ ਫੌਤ ਹੋਏ ਨੇ ਉੱਥੇ ਲਾਹੌਰ ਅਤੇ ਕਾਦੀਆਨ, ਅਤੇ ਉਹ ਕਿਵੇਂ ਮੁਹੰਮਦ ਦੀ ਹਨ? ਮੈਂ ਕਿਹਾ ਕਿਹੜੀ ਜਿਹੀ ਹਦੀਸ ਪੜ੍ਹੂਗਾ? ਅਤੇ ਉੱਥੇ ਲਿਖਿਆ ਫੀ ਕਬਰੀ, ਅਤੇ ਉਹ ਮੈਂ ਕਿਹਾ ਕਿ ਮਕਬਰਾ ਦੇ ਨਾਲ ਨਹੀਂ, ਅਤੇ ਨਾ ਹੀ ਨਾਲ ਕਬਰ ਹੈ, ਅਤੇ ਵਿੱਚ ਕਬਰ ਦੇ ਮੇਰੀ ਕਬਰ ਹੈਂ। ਅਤੇ ਉਹ ਨਾ ਉਹ 2-3 ਵਾਰੀ ਤਾਂ ਉਹ ਸਮਝ ਆ ਗਈ ਉਹ ਨਾਲ ਦੇ ਉਹ ਤਫੈਲ ਨੂੰ। ਉਹਨੇ ਆਖਿਆ ਉਹ ਗੱਲ ਤਾਂ ਇੰਝ ਹੀ, ਅਤੇ ਮੈਂ ਫਿਰ ਇਹ ਤੁਹਾਨੂੰ ਵਾਰਾ ਖਾਏਗੀ ਗੱਲ ਕਿ ਜਦੋਂ ਵੀ ਆਏਗਾ ਇਹ ਨਹੀਂ ਮੁਹੰਮਦ ਦੀ ਈਸਾ ਅਲੈਹਿ ਸਲਾਮ ਜਦੋਂ ਆਉਣਗੇ ਅਤੇ ਨਬੀ ਪਾਕ ਸਲਮ ਦੀ ਕਬਰ ਖੋਲ੍ਹ ਕੇ ਉਹਦੀ ਦੱਸਣਗੇ ਨਹੀਂ ਇਹ ਇੰਝ ਤਾਂ ਨਹੀਂ ਹੋ ਸਕਦਾ। ਫਿਰ ਮੈਂ ਹਦੀਸ ਫਿਰ ਕਿੱਥੋਂ ਲਿਆਂਦੀ ਜੀ? ਅਤੇ ਇਹਦੇ 'ਚ ਕੀ ਇਹਦੇ ਤੋਂ ਤੂੰ ਸਾਬਤ ਕੀ ਕਰਨਾ? ਬਹਰਹਾਲ ਇਸ ਤਰ੍ਹਾਂ ਕਰਦਿਆਂ ਨਾ ਕਈ ਮੁੱਦਤ ਲੰਘ ਗਈ, ਅਤੇ ਉਹ ਤਤਲੇ ਵਾਲੀ ਇਹਦਾ ਤਬਾਦਲਾ ਹੋਇਆ ਸੀ ਅਮਾਨੁੱਲਾ ਦਾ, ਤਤਲੇ ਵਾਲੀ ਪਿੰਡ ਉੱਥੇ ਹਾਈ ਸਕੂਲ 'ਚ ਇਹਦਾ ਤਬਾਦਲਾ ਹੋਇਆ ਸੀ ਅਮਾਨੁੱਲਾ। ਅਤੇ ਉੱਥੇ ਕੋਈ ਟੀਚਰ ਸਨ ਮੀਆਂ ਸਾਹਿਬ ਉਹਨੂੰ ਆਉਂਦੇ ਨੇ, ਨਾਂ ਤਾਂ ਮੈਨੂੰ ਉਹਨਾਂ ਦਾ ਆਉਂਦਾ ਨਾ, ਉਦੋਂ ਮੀਆਂ ਸਾਹਿਬ ਹੀ ਆਉਂਦੇ ਆ, ਉਹ ਵੀ ਹਾਈ ਸਕੂਲ 'ਚ ਪੜ੍ਹਾਉਂਦੇ, ਇਹ ਇਕੱਠੇ ਹਨ। ਉਹ ਮੀਆਂ ਸਾਹਿਬ ਜਿਹੜੇ ਨੇ ਨਾ ਉਹ ਕੋਈ ਇਲਮ ਰੱਖਦੇ ਹਨ ਦੀਨ ਦਾ ਨਾ, ਇਹ ਉਹ ਮਜ਼ਹਬੀ ਹਨ, ਮਤਲਬ ਇਲਮ ਤਾਂ ਜੇ ਲੱਭਦਾ ਨਾ ਪਿਆ ਜੋ ਹੈ ਵੇ ਮਜ਼ਹਬੀ ਸਨ। ਅਤੇ ਮੈਨੂੰ ਆਖਾਂ ਕਿ ਚੱਲ ਮਾਮਾ ਜੀ ਉੱਥੇ ਆਓ ਮੇਰੇ ਕੋਲ ਨਾ ਤਤਲੇ ਵਾਲੀ। ਮੈਂ ਕਿਹਾ ਤੂੰ ਕਿੱਥੇ, ਮੈਨੂੰ ਖੜ ਕੇ ਕਿਤੇ ਮਰਵਾਉਣਾ ਹੀ? ਕੀ ਪ੍ਰੋਗਰਾਮ ਹੈ ਤੇਰਾ? ਨਹੀਂ ਇਹ ਮੌਲਵੀ ਨਹੀਂ, ਉਹ ਟੀਚਰ ਨੇ ਮੇਰੇ ਦੋਸਤ ਨੇ। ਮੈਂ ਕਿਹਾ ਚਲੋ ਠੀਕ, ਫਿਰ ਮੈਂ ਆ ਜਾ। ਮੈਂ ਤਤਲੇ ਵਾਲੀ ਗਿਆ ਅਤੇ ਉੱਥੇ ਰਾਤੀ ਖਾਣਾ ਛਾਣਾ ਖਾਧਾ ਮਾਸਟਰ ਆਪਣੇ ਅਮਾਨੁੱਲਾ ਸਾਹਿਬ ਦੇ, ਅਤੇ ਜਦੋਂ ਫਾਰਗ ਫੁਰਗ ਹੋ ਕੇ ਅਤੇ ਮੀਆਂ ਸਾਹਿਬ ਨਾਲ ਪ੍ਰੋਗਰਾਮ ਸੀ ਉਹਦੇ ਘਰ ਜਾਣਾ ਸੀ, ਉਹਨਾਂ ਦੇ ਮੀਆਂ ਸਾਹਿਬ ਦੇ ਘਰ ਚਲੇ ਗਏ। ਮੀਆਂ ਸਾਹਿਬ ਦੇ ਘਰ ਗਏ ਨਾ, ਅਤੇ ਉਹ ਉੱਥੇ ਗੱਲ ਕੋਈ ਸ਼ੁਰੂ ਹੋਏ ਨਾ, ਕੋਈ ਹਦੀਸ ਦਾ ਜ਼ਿਕਰ ਹੋਏ, ਅਤੇ ਉਹ ਆਖਣ ਮੈਂ ਤਾਂ ਨਹੀਂ ਮੰਨਦਾ ਹਦੀਸਾਂ ਨੂੰ। ਮੈਨੂੰ ਨਹੀਂ ਸੀ ਪਤਾ ਹੁਣ ਮੀਆਂ ਇੰਝੇ ਕਿ 3 ਨਮਾਜ਼ਾਂ ਦੇ ਪਰਵੇਜ਼ੀ ਅਤੇ ਕੀ ਮੈਂ ਇਸ ਫਿਰਕੇ ਨੂੰ ਨਹੀਂ ਜਾਣਦਾ। ਅਤੇ ਮੈਂ ਕਿਹਾ ਮੀਆਂ ਸਾਹਿਬ ਤੁਸੀਂ ਕੋਈ ਖੁਦਾ ਦਾ ਖੌਫ ਕਰੋ, ਨਬੀ ਪਾਕ ਸਲਮ ਦੇ ਕਲਾਮ ਨੂੰ ਹੀ ਨਹੀਂ ਤੁਸੀਂ ਮੰਨਦੇ? ਨਹੀਂ ਹੈ। ਉਹ ਇਸ ਤਰ੍ਹਾਂ ਦੀ ਕਹਾਣੀ ਕਿੱਸਾ ਚੱਲਦਾ ਸੀ, ਅਤੇ ਉਹ ਫਿਰ ਉਹ ਨਾ ਮੈਂ ਉਲਝ ਗਿਆ ਉਹਦੇ 'ਚ ਨਾ ਕਿ ਹਵਾਲੇ ਦੇਣਾ ਇਹ ਉਹ ਕਰਨਾ। ਅਤੇ ਉਹ ਇੰਨੇ ਚਿਰ ਨਾ ਗੱਲਾਂ ਕਰਦਿਆਂ ਇੱਕ ਲੜਕਾ ਜਿਹੜਾ ਨਾ ਉਹਨੇ ਦਰਵਾਜ਼ਾ ਖੜਕਾਇਆ ਅਤੇ ਅੰਦਰ ਆਇਆ। ਅਤੇ ਅੰਦਰ ਆ ਕੇ ਨਾ ਅਤੇ ਉਹ ਮੀਆਂ ਸਾਹਿਬ ਜਿੱਥੇ ਬੈਠੇ ਹਨ, ਅਸੀਂ ਦੋਵੇਂ ਜਣੇ ਇਸ ਤਰ੍ਹਾਂ ਬੈਠੇ ਹਾਂ ਅਤੇ ਮੀਆਂ ਸਾਹਿਬ ਸਾਹਮਣੇ ਆ, ਉਹ ਆ ਕੇ ਮੀਆਂ ਸਾਹਿਬ ਦੇ ਨਾਲ ਬਹਿ ਗਿਆ। ਮੈਂ ਕਿਹਾ ਲੈ ਵੇ ਇੱਕ ਨਹੀਂ ਸਹੀ ਮਾਣ ਅਤੇ ਇੱਕ ਹੋਰ ਆ ਗਏ ਹੈ ਜੀ। ਅਤੇ ਇਹ ਕੰਮ ਕੋ ਅਨੋਖਾ ਜਿਹਾ ਅਤੇ ਪਹਿਲਾਂ ਹੁੰਦਾ ਪਤਾ ਕਿ ਇਸ ਫਿਰਕੇ ਨਾਲ ਇਹਦਾ ਤਲਕ ਅਤੇ ਇਹ ਉਹ, ਅਤੇ ਉਸ ਹਿਸਾਬ ਨਾਲ ਬੰਦਾ ਕਰਦਾ। ਬਹਰਹਾਲ ਮੈਂ ਨਾ ਥੋੜ੍ਹਾ ਜਿਹਾ ਦਿਲ 'ਚੋਂ ਪਰੇਸ਼ਾਨ, ਪਰ ਉਹ ਰੱਬ ਨੇ ਲਿਆਂਦਾ ਫਰਿਸ਼ਤਾ। ਉਹ ਕੋਲ ਬਹਿ ਕੇ ਨਾ ਅਤੇ ਜਿਹੜਾ ਉਹ ਸਵਾਲ ਕਰਦਾ ਸੀ ਨਾ ਪਿਆ ਜਾਂਦਾ, ਉਹਦਾ ਜਵਾਬ ਉਹ ਮੈਨੂੰ ਕੱਟ ਕੇ ਨਾ ਅਤੇ ਉਹਦਾ ਜਵਾਬ ਦੇਣਾ ਉਹਨੇ ਸ਼ੁਰੂ ਕਰਤਾ। ਉਹ ਬੰਦੇ ਨੇ
ਉਹਦੇ ਕੋਲ ਉਹਦੇ ਉਹ ਜਿਹੜੇ ਸਨ ਰੱਸੇ ਪੈੜੇ ਸਾਰੇ ਉਹ ਹੈ ਸਨ। ਉਹ ਉਹਦਾ ਸ਼ਾਗਿਰਦ ਰਿਹਾ ਸੀ ਟੀਚਿੰਗ ਦੇ ਦੌਰਾਨ। ਅਤੇ ਉਹ ਛੋਟੇ ਹੁੰਦੇ ਨੂੰ ਮਜ਼ਹਬ ਤੋਂ ਅਹਿਮਦੀਅਤ ਤੋਂ ਉਹਨੇ ਫੇਰਿਆ ਸੀ, ਅਤੇ ਉਹ ਫਿਰ ਪੈਰਾਂ 'ਤੇ ਹੋ ਕੇ ਆਇਆ ਸੀ, ਅਤੇ ਉਹ ਅਹਿਮਦੀ ਸੀ। ਨਹੀਂ, ਉਹਨੇ ਨਾ ਉਹ ਜਿਹੜੀ ਸਪੋਰਟ ਕੀਤੀ ਨਾ, ਉਹਨੂੰ ਮੈਂ ਦਾਤ ਦੇਣਾ ਕਿ ਮਤਲਬ ਮੈਂ ਨਹੀਂ ਸਮਝਦਾ ਉਹ ਆਇਆ, ਮੈਂ ਨਾ ਅੱਲਾ ਨੇ ਭੇਜਿਆ ਹੈ ਹਾਂਜੀ ਕਿ ਜਾਓ ਮੀਆਂ, ਉਹਨੂੰ ਨਹੀਂ ਪਤਾ ਕੱਖ ਵੀ ਇਸ ਮਾਮਲੇ 'ਚ ਹਾਂਜੀ। ਉਹ ਮੀਆਂ ਸਾਹਿਬ ਦਾ ਉਹ ਇਲਾਜ ਨਾਲ ਕੁਛ ਮੈਂ ਅਤੇ ਕੁਛ ਕਸਰ ਜਿਹੜੀ ਮੈਨੂੰ ਨਹੀਂ ਪਤਾ ਉਹ ਕੱਢੀ ਜਾਏ, ਅਤੇ ਮੀਆਂ ਸਾਹਿਬ ਜਿਹੜੇ ਨੇ ਉਹ ਲਾਜਵਾਬ ਹੋ ਗਏ ਉਹਦੇ 'ਚ ਨਾ ਉਸ ਹਿਸਾਬ ਨਾਲ। ਅਤੇ ਉਹਦੇ ਬਾਅਦ ਜਦੋਂ ਫਾਰਗ ਹੋਏ ਨਾ, ਅਤੇ ਮੀਆਂ ਸਾਹਿਬ ਕੋਲ ਇਜਾਜ਼ਤ ਲਈ ਅਤੇ ਬਾਹਰ ਨਿਕਲੇ, ਅਤੇ ਉਹ ਲੜਕਾ ਵੀ ਨਾਲ ਬਾਹਰ ਨਿਕਲਿਆ। ਉਹ ਆਖਣ ਲੱਗਾ ਮੇਰਾ ਨਾਮ ਮੁਹੰਮਦ ਰਫੀ ਬੱਟ ਹੈ, ਅਤੇ ਮੈਂ ਇੱਥੋਂ ਦਾ ਤਤਲੇ ਵਾਲੀ ਦਾ ਰਹਿਣ ਵਾਲਾ, ਅਤੇ ਸਵੇਰੇ ਤੁਹਾਂ ਨਾਸ਼ਤਾ ਮੇਰੇ ਘਰ ਕਰਨਾ ਹਾਂਜੀ। ਅਤੇ ਉਹ ਬਹਰਹਾਲ ਉਹਦਾ ਉਹ ਜਿਹੜਾ ਮੇਰਾ ਭਾਣਜਾ ਸੀ, ਉਹਦਾ ਇਹ ਵੀ ਜਿਹੜਾ ਸੀ ਨਾ ਜੋਸ਼ ਅਤੇ ਉਹ ਇੱਕ ਹਥਿਆਰ ਮੀਆਂ ਦਾ, ਉਹ ਵੀ ਅੱਲਾਹ ਤਾਲਾ ਨੇ ਉਹ ਇਸੇ ਤਰ੍ਹਾਂ ਹੀ। ਅਤੇ ਉੱਥੋਂ ਵੀ ਸ਼ਰਮਿੰਦਾ ਹੋ ਕੇ ਮੇਰੇ ਭਾਣਜਾ ਸਾਹਿਬ ਜਿਹੜੇ ਨੇ ਉੱਥੋਂ ਨਿਕਲੇ ਅਤੇ ਆਏ ਵੀ ਕੰਮ ਤਾਂ ਬਣਿਆ ਕੋ ਨਹੀਂ, ਇੰਨੀ ਮੈਂ ਮਿਹਨਤ ਕੀਤੀ ਸਾਰਾ ਕੁਝ। ਉਹ ਅੱਲਾਹ ਤਾਲਾ ਜਿਹੜਾ ਨਾ ਉਹ ਕਾਰ ਸਾਹਿਬ ਮਾਸਟਰ ਸਾਹਿਬ ਜਿਹੜੇ ਨੇ ਉਹਨਾਂ ਦਾ ਮੇਰੇ ਨਾਲ ਵੈਸੇ ਵੀ ਬੈਨ ਉੱਠਣ 'ਤੇ ਮਤਲਬ ਕਿ ਇੱਜ਼ਤ ਅਤੇ ਤਲਕ ਸੀ, ਅਤੇ ਬੜਾ ਦੋਸਤੀ ਦਾ ਰੰਗ ਰੱਖਦੇ ਸਨ ਨਾਲ, ਆਉਣ ਜਾਣ ਇਹ ਉਹ। ਹਾਲੇ ਵੀ ਹੁਣ ਪਿੱਛੇ ਗਿਆ ਮਿਲਣ ਆਏ ਹਨ, ਲੇਕਿਨ ਹੁਣ ਉਹਨਾਂ ਅੱਲਾ ਨੂੰ ਪਿਆਰੇ ਹੋ ਗਏ ਨੇ ਮਤਲਬ। ਅਤੇ ਉਹਨਾਂ ਦਾ ਬੇਟਾ ਇਕਬਾਲ, ਉਹਨੇ MA ਇੰਗਲਿਸ਼ ਕੀਤਾ ਹੈ। ਮਾਸਟਰ ਸਾਹਿਬ ਬੜਾ ਬਚਾਉਂਦੇ ਹਨ ਉਹਨੂੰ ਨਾ, ਮਤਲਬ ਕਿ ਮੇਰਾ ਬੇਟਾ ਅਤੇ ਉਹਦਾ ਹਰ ਬਾਪ ਮਾਂ ਨੂੰ ਕਿ ਮੇਰਾ ਹੈ। ਅਤੇ ਉਹਨਾਂ ਇਤਫਾਕ ਦੇ ਨਾਲ ਅਸੀਂ ਲਾਇਆ ਸੀ ਇੱਕ, ਉਦੋਂ ਨਵੇਂ ਆਏ ਹਨ ਗੋਲਡਨ ਪੰਪ ਜਿਹੜੇ ਨਾ ਥੱਲਿਓਂ ਜ਼ਮੀਨ 'ਚੋਂ ਪਾਣੀ, ਪਹਿਲਾਂ ਤਾਂ ਡੌਂਕੀ ਪੰਪ ਹੁੰਦੇ ਹਨ, ਅਤੇ ਉਹ ਗੋਲਡਨ ਪੰਪ ਬੜੇ ਨਾ ਉਹ ਦੂਰ ਤੋਂ ਪਾਣੀ ਖਿੱਚਦੇ ਹੁੰਦੇ ਹਨ ਨੀਚੇ ਤੋਂ, ਬੜੇ ਕਾਮਯਾਬ ਸਨ। ਅਤੇ ਉਹਨਾਂ ਨੇ ਮਕਾਨ ਸ਼ੁਰੂ ਕੀਤੇ ਸਨ, ਅਤੇ ਉਹ ਆਏ, ਦਰਵਾਜ਼ਾ ਬਾਹਰ ਦਾ ਖਟਖਟਾਇਆ, ਅਤੇ ਆਏ ਅਤੇ ਦੋਵੇਂ ਬਾਪ ਬੇਟਾ ਮੈਂ, ਅਸੀਂ ਯਾਰ ਉਹ ਪੰਪ ਵੇਖਣਾ ਤੇਰਾ, ਲਾਲ ਪੰਪ ਉਹਨੂੰ ਆਉਂਦੇ ਹਨ ਗੁਜਰਾਂ ਵਾਲੇ ਦਾ, ਉਹ ਕੋਈ ਨਵਾਂ, ਅਤੇ ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਲਿਆ ਕੇ ਅਤੇ ਉੱਥੇ ਲਾਈਏ। ਮੈਂ ਆਓ, ਉਹ ਅੰਦਰ ਆਏ, ਆ ਕੇ ਤਾਂ ਉਹਨੂੰ ਵੇਖਿਆ ਪੰਪ ਡਾਕਟਰ, ਉਹ ਡਿਸ਼ ਅਸੀਂ ਨਵੀਂ ਲਾਈ ਛੱਤ 'ਤੇ ਨਾ ਖੁਤਬਾ ਸੁਣਨ ਵਾਸਤੇ, ਅਤੇ ਬਾਕੀ ਫਿਰ ਅਤੇ ਉਹ ਡਿਸ਼ ਦੇ ਹਵਾਲੇ ਦੇ ਨਾਲ ਨਾ TV ਸੀ ਇੱਕ ਸਾਈਡ 'ਤੇ, ਉੱਥੋਂ ਨਿਕਲ ਕੇ ਅਤੇ ਮਜ਼ਾਕ ਬੜੇ ਮਤਲਬ ਕਿ ਮਾਸਟਰ ਜਿਹੜੇ ਨਾ ਜਾਣ ਬੁੱਝ ਕੇ ਵੀ ਕਰਦੇ ਹੁੰਦੇ ਆ, ਅਤੇ ਉਹ ਆਉਂਦੇ ਨੇ ਕਿ ਨੰਗੀਆਂ ਵਹਿੰਦੇ ਹੋ ਇੱਥੇ, ਮਤਲਬ ਕਿ ਫਿਲਮਾਂ ਇਹ ਉਹ ਮਤਲਬ ਕਿ। ਮੈਂ ਕਿਹਾ ਤੁਹਾਨੂੰ ਵਿਖਾ ਦਿੰਦੇ ਹਾਂ, ਤੁਸੀਂ ਵੀ ਮਤਲਬ ਕਿ ਵੇਖ ਲਓ। ਅਤੇ ਉਹ ਮੈਂ ਉਹਨਾਂ ਨੂੰ ਉਸ ਕਮਰੇ ਦੇ 'ਚ ਲੈ ਗਿਆ TV ਵਾਲੇ ਦੇ, ਉਹਦੇ ਜਾ ਕੇ ਲਿਆ, ਅਤੇ ਹਜ਼ੂਰ ਰੱਬ ਰਹਿਮੁੱਲਾ ਦਾ ਖਿਤਾਬ ਲੱਗਾ ਹੈ, ਬਹੁਤ ਪਿਆਰਾ ਮਤਲਬ ਉਹਦੇ ਖਿਤਾਬ 'ਤੇ ਫਿਰ ਮਤਲਬ ਪਤਾ ਹੀ ਤੁਹਾਨੂੰ। ਅਤੇ ਬੈਠੇ ਅਤੇ ਮੁਹੰਮਦ ਇਕਬਾਲ ਜਿਹੜਾ ਉਹਨੇ ਤਾਂ ਵੇਖ ਕੇ ਅਤੇ ਅਤੇ ਉਹਦਾ ਇੰਪਰੈਸ਼ਨ ਹਾਂਜੀ ਜਿਹੜਾ ਸੀ, ਉਹ ਜਿਸ ਗੌਰ ਦੇ ਨਾਲ ਅਤੇ ਜਿਸ ਧਿਆਨ ਦੇ ਨਾਲ, ਅਤੇ ਉਹ ਜਿਹੜੀ ਕਹਾਣੀ ਹਜ਼ੂਰ ਜੋ ਬਿਆਨ ਕਰਦੇ ਆ, ਉਹਨਾਂ ਦਾ ਤਰਜ਼ ਬਿਆਨ 'ਤੇ ਸਾਰਾ ਉਹ ਬਹੁਤ ਮਤਲਬ ਕਿ ਨਾ ਉਹ ਮੁਤਾਸਰ ਮਤਲਬ ਕਿ ਹੁੰਦੇ। ਜਦੋਂ ਉਹ ਇਸ ਤਰ੍ਹਾਂ ਦਾ ਉਹ ਨਜ਼ਾਰਾ ਵੇਖਿਆ ਮਾਸਟਰ ਸਾਹਿਬ ਨੇ, ਤਾਂ ਉਹਨਾਂ ਨੂੰ ਫਿਕਰ ਲੱਗ ਗਈ ਕਿ ਲੈ ਵੀ ਉਹ ਕੰਮ ਉਹਨਾਂ ਸ਼ੁਰੂ ਕੀਤਾ ਨਾ, ਅਤੇ ਬਾਲਿਆ ਚੱਲੀਏ। ਅਤੇ ਮੈਂ ਆਖਿਆ ਮਾਸਟਰ ਜੀ ਉੱਥੋਂ ਆਉਂਦੇ ਹੋ ਕੇ ਐ ਵੇ, ਅਤੇ ਹੁਣ ਜੋ ਮਤਲਬ ਕਹਿੰਦੇ ਇਹ ਨਹੀਂ ਤਾਂ ਉਹ ਵੇਖਣਾ ਜੀ ਤੁਹਾਂ ਧਿਆਨ ਨਾਲ ਜੋ ਤੁਹਾਂ ਬਿਆਨ ਕੀਤਾ ਹੈ, ਉੱਥੋਂ ਨਹੀਂ ਤੁਹਾਂ ਉੱਠਣਾ, ਧਿਆਨ ਨਾਲ ਚੱਲ ਬਾਲਿਆ ਬੈਠਾ ਰਹੋ। ਅਤੇ ਹੁਣ ਫਿਰ ਬਾਲਿਆ ਚੱਲੀਏ। ਮੈਂ ਕਿਹਾ ਮਾਸਟਰ ਬਹਿ ਜਾ, ਬੜੀ ਫਰੀ ਹਾਂ ਮੈਂ ਮਤਲਬ, ਮੈਂ ਮਾਸਟਰ ਬਹਿ ਜਾ, ਮੁੜ ਜਾ ਨਾ ਤੰਗ ਕਰ ਬਾਲੇ ਨੂੰ। ਬਹਰਹਾਲ ਉਹ ਤੀਸਰੀ ਚੌਥੀ ਵਾਰੀ ਅਤੇ ਫਿਰ ਅਖੀਰ ਖਿੱਚਣਾ ਪਿਆ, ਉਹ ਬਾਂਹ ਖਿੱਚ ਕੇ ਦੇ। ਅਤੇ ਇਸ ਤਰ੍ਹਾਂ ਕਿ ਇਹੋ ਹੀ ਜਿਹੜੀ ਪਹਿਲਾਂ ਮੈਂ ਗੱਲ ਕਰਦਾ ਪਿਆ ਕਿ ਵੇਖੋ ਬੁਰੇ ਪਾਸੇ ਨੂੰ ਦੌੜ ਕੇ ਚਲਾ ਜਾਂਦਾ ਬੰਦਾ, ਅਤੇ ਉਹ ਜਿੱਧਰ ਕੋਈ ਹਦਾਇਤ ਵਾਲਾ ਅਤੇ ਹਦਾਇਤ ਦੇਣ ਵਾਲਾ, ਅਤੇ ਇਸ ਤਰ੍ਹਾਂ ਹੀ
ਬਿੱਲੇ ਬੱਟ ਦੀ ਕਹਾਣੀ ਇੰਝ ਹੈ ਕਿ ਸਾਡੇ ਸਾਰੇ ਇਲਾਕੇ ਦੇ ਵਿੱਚ ਅੱਜ ਵੀ ਬਿੱਲਾ ਬੱਟ ਜਿਹੜੇ ਨੇ ਉਹਦਾ ਲੋਕਾਂ ਨੂੰ ਪਤਾ ਹੈ। ਮਤਲਬ ਉਹ ਜਿਵੇਂ ਕਈਆਂ ਫਿਲਮਾਂ ਦੇ ਵਿੱਚ ਨਹੀਂ ਹਨ, ਇੱਕ ਬਣਾ ਦਿੰਦੇ ਉਹਨੂੰ ਕਿ ਉਹ ਤਹਿ 'ਤੇ ਕਰੀ ਆਉਂਦਾ ਸੀ ਹਰ ਪਾਸਾ, ਹਾਂਜੀ। ਇਸ ਤਰ੍ਹਾਂ ਹਾਂ, ਮੈਨੂੰ ਨਹੀਂ ਉਹਦੀ ਸ਼ੁਰੂ ਦੀ ਹਿਸਟਰੀ ਦਾ ਪਤਾ ਕੀ ਹੈ। ਅਸੀਂ ਤਾਂ ਉਦੋਂ ਇਹਨੂੰ ਵੇਖਿਆ ਜਦੋਂ 10-12 ਘੋੜੀਆਂ, 10-12 ਬੰਦੇ ਅਤੇ ਹੀਰੋ ਵਿੱਚ ਬਿੱਲਾ ਬੱਟ। ਮੈਂ ਵੈਸੇ ਉਹਦੀ ਸ਼ਕਲ ਨਹੀਂ ਵੇਖੀ। ਅਤੇ ਉਹ ਜਿਹੜਾ ਨਾ ਇੱਕ ਉੱਥੋਂ ਪਤਾ ਨਹੀਂ ਜਿਊਣ ਗਰਾਇਆ ਕਿੱਥੇ ਪਿੰਡ ਕਿੱਧਰੋਂ ਦਾ ਰਹਿਣ ਵਾਲਾ ਸੀ, ਕਿੱਧਰ ਉਹ ਫਿਰ ਉਹਦਾ ਜਦੋਂ ਇਹ ਹਾਲ ਸੀ ਨਾ, ਇਸ਼ਤਿਹਾਰੀ ਸੀ ਅਤੇ ਉਹਦੇ ਨਾਲ ਇੰਨੇ ਬੰਦੇ ਹੁੰਦੇ ਹਨ, ਇੰਨੀਆਂ 10-12 ਘੋੜੀਆਂ ਹੁੰਦੀਆਂ ਹਨ, 10-15 ਬੰਦੇ ਹੁੰਦੇ ਹਨ, ਹੋਰ ਵੀ ਹੁੰਦੇ ਹੋਣਗੇ। ਔਰ ਜਗ੍ਹਾ 'ਤੇ ਉਹਦੇ ਉਹ ਠਿਕਾਣੇ ਸਨ ਬਣੇ ਇਸ਼ਤਿਹਾਰੀ। ਅੱਜ ਰਾਤ ਕੀ ਬਿੱਲਾ ਬੱਟ ਫਿਰ ਉਹ ਖੁਫੀਆ ਤੌਰ 'ਤੇ ਫਿਰ ਨਾ ਉਹ ਜੁੱਟ ਜਿੱਥੇ ਡੇਰਾ ਲਾਉਂਦਾ ਸੀ ਨਾ, ਅਤੇ ਉੱਥੇ ਹੁਕਮਨ ਆਰਡਰ ਹੁੰਦਾ ਸੀ ਉਹ ਪਿੰਡ 'ਚ ਕਿ ਅੱਜ ਫਲਾਂ ਨੇ ਰੋਟੀ ਲੈ ਕੇ ਆਉਣੀ ਹੈ 12-15 ਬੰਦਿਆਂ ਦੀ, ਅਤੇ ਅੱਜ ਫਲਾਂ ਨੇ ਲੈ ਕੇ ਆਉਣੀ। ਉਹ ਲੋਕਾਂ ਨੇ ਬਗੈਰ ਕਿਸੇ ਹਾਲ ਹੁਜਤ ਤੋਂ, ਉਹ ਇੰਝ ਹੀ ਲਾ ਲਓ ਜਿਵੇਂ ਆਰਮੀ ਚੀਫ ਦਾ ਉਹ ਕੰਮ ਚੱਲਦਾ ਪਿਆ ਹੈ ਜੀ, ਅਤੇ ਬਗੈਰ ਕਿਸੇ ਹਾਲ ਹੁਜਤ ਤੋਂ ਉਹ ਲੋਕਾਂ ਨੇ ਪਕਾ ਕੇ ਰੋਟੀ ਅਤੇ ਖੜਨੀ। ਅਤੇ ਨਾਲੇ ਉਹ ਜਿਹੜੀਆਂ ਘੋੜੀਆਂ ਸਨ ਉਹਨਾਂ ਨੂੰ ਦਿਨੇ ਕਣਕਾਂ ਲੋਕਾਂ ਦੀਆਂ ਖਵਾਉਣੀਆਂ, ਛੱਡਣਾ, ਉਹਨਾਂ ਬਾਹਰ ਉਜਾੜਾ ਕਰਨਾ ਉਹਨਾਂ ਦਾ। ਉਹ ਜੀ ਇਸ ਤਰ੍ਹਾਂ ਹੁੰਦਿਆਂ ਉਹ ਕਿੱਸਾ ਮੁਕਤਸਰ ਕਿ ਉਹਨੇ ਸਾਡੇ ਪਿੰਡ ਆਣ ਡੇਰਾ ਲਾਇਆ। ਅਤੇ ਸਾਡੇ ਜਿਹੜੀ ਜ਼ਮੀਨ ਸੀ ਨਾ, ਸਾਡਾ ਡੇਰਾ, ਉਹਦੇ 1 ਕਿੱਲੇ ਫਾਸਲੇ 'ਤੇ ਸਾਡੀ ਜ਼ਮੀਨ ਸੀ। 1 ਕਿੱਲਾ ਸੀ ਇਸ ਤਰ੍ਹਾਂ, ਇੱਥੇ ਉਹਨੇ ਡੇਰਾ ਲਾਇਆ। ਇੱਥੇ ਇਹ ਫਾਸਲਾ ਸਾਡਾ ਕਿੱਲਾ ਨਹੀਂ ਸੀ, ਇਹਦੇ ਨਾਲ ਸਾਡੀ ਜ਼ਮੀਨ ਸੀ, ਪਿੱਛੇ ਵੀ ਅੱਗੇ ਵੀ, ਔਰ ਡੇਰਾ ਵੀ ਨਾਲ ਸਾਡਾ ਮਤਲਬ ਕਰੀਬ ਸੀ। ਅਤੇ ਉਹਨਾਂ ਦੇ ਕੋਲ ਜਿਨ੍ਹਾਂ ਦਾ ਜ਼ਿਕਰ ਕਰਨਾ, ਜਿਹੜੇ ਮੁਖਾਲਫੀਨ ਸਨ, ਜਿਨ੍ਹਾਂ ਦਾ ਜ਼ਿਕਰ ਗੁਜ਼ਰਿਆ, ਉਹਨਾਂ ਦੇ ਉਹ ਸੀ ਉਹ ਸੱਜਾ ਬਾਜ਼ੂ ਬਣਿਆ, ਔਰ ਹਰ ਰਾਤ ਆ ਕੇ ਇਕੱਲਾ ਉਹਨਾਂ ਵੱਲ ਸੌਂਦਾ ਸੀ, ਉਹਨਾਂ ਦੀਆਂ ਘਰਾਂ 'ਚ, ਉਹਨਾਂ ਦੀਆਂ ਬੈਠਕਾਂ 'ਚ, ਉਹ ਜਿਹੜੇ ਹੁੰਦੇ ਬਾਹਰ ਬੈਠਕਾਂ ਬਣਾਈਆਂ। ਉੱਥੇ ਮੈਨੂੰ ਫਿਕਰ ਗੁਜ਼ਰੀ ਕਿ ਅੱਲਾ ਮੀਆਂ, ਇਹ ਤਾਂ ਗੱਲ ਤਾਂ ਅੱਗੇ ਹੀ ਕੋਈ ਨਹੀਂ ਸੀ, ਮਤਲਬ ਸਾਡੇ ਕੋਲ ਕੋਈ ਕਿਸੇ ਕਿਸਮ ਦੀ ਕੋਈ ਹਿੰਮਤ ਤਾਕਤ, ਅਤੇ ਇਹ ਉਹ ਮੁਖਾਲਫੀਨ ਦਾ ਬੱਚਾ ਉਹ ਨਾਲ ਉਹਦੇ ਸੱਜੇ ਬਾਜ਼ੂ ਦੇ ਨਾਲ, ਰਾਤੀ ਉੱਥੇ ਉਹਨਾਂ ਦੇ ਬੜੀ ਪਰੇਸ਼ਾਨੀ ਆਈ। ਹੁਣ ਕੀ ਬਣੇਗਾ, ਕਦੋਂ ਆਰਡਰ ਆ ਜਾਣੇ ਨੇ, ਕੀ ਆ ਜਾਣੇ ਨੇ ਇਹ ਅੱਲਾਹ ਤਾਲਾ। ਅਤੇ ਹੁਣ ਕਿੰਨੇ ਕੋਈ ਮਤਲਬ ਵੇਖਣ ਵਾਲੇ ਹੋਣ ਅਤੇ ਕੋਈ ਮੁੱਕਦੇ ਨਹੀਂ ਉਹਦੇ ਨਿਸ਼ਾਨ ਅਤੇ ਉਹਦੀਆਂ ਕਹਾਣੀਆਂ, ਮੌਲਾ ਦੀ ਕੁਰਬਾਨ ਜਾਈਏ ਉਹਦੀਆਂ ਹਿਕਮਤਾਂ ਦਾ। ਇੱਕ ਯਾਹਿਆ ਨਾਮੀ ਮੇਰਾ ਉਹ ਹੁਣ ਵੀ ਜ਼ਿੰਦਾ ਹੈ, ਉਹ ਮੈਨੂੰ ਚਾਚਾ ਆਉਂਦਾ ਅਤੇ ਲੜਕਪਨ, ਲੇਕਿਨ ਉਹਦੇ ਨਾਲ ਸਾਡਾ ਮੁਹੱਬਤ ਪਿਆਰ ਹਾਲੇ ਵੀ ਉਸ ਤਰ੍ਹਾਂ ਹੀ ਫੋਨ ਸ਼ੋਨ ਦੇ ਉੱਤੇ ਹੀ ਆ। ਉਹ ਮੇਰੇ ਕੋਲ ਆ ਗਿਆ ਘਰ, ਆਂਦਾ ਹੈ ਵੀ ਚਾਚਾ ਕੰਮ ਬੜਾ ਖਰਾਬ ਹੋਇਆ। ਮੈਂ ਕੀ ਹੋਇਆ? ਉਹਨੇ ਚਾੜੀ ਸੀ ਭੱਠੀ ਨਾ, ਜਿਹੜੇ ਸ਼ੈਲਰ ਚੌਲ ਬਣਾਉਂਦੇ ਨੇ ਨਾ, ਉਹਨਾਂ ਦੇ ਉਹ ਜਿਹੜੇ ਨਿਕਲਦੇ ਨਾ ਛਿਲਕੇ, ਉਹਨਾਂ ਨੂੰ ਤੋਹ ਆਉਂਦੇ ਹਨ, ਤੋਹ ਫੋਗ ਜਿਹੜਾ ਤੋਹ ਨਿਕਲਦਾ, ਉਹ ਕੋਲੇ ਦੀ ਜਗ੍ਹਾ 'ਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਇੱਟਾਂ ਨੂੰ ਦੱਬ ਕੇ ਅਤੇ ਉਹ ਲਾ ਕੇ ਉਹ ਭੱਠੇ, ਉਹਨੂੰ ਭੱਠੇ ਵਾਂਗਰ ਨਾ ਉਹਨਾਂ ਦੀ ਚਿਮਨੀਆਂ ਹੁੰਦੀਆਂ ਨਾ, ਇਹਨਾਂ ਨੂੰ ਉਹਨਾਂ ਦੇ ਵਿੱਚ ਉਹ ਕਰਕੇ ਅਤੇ ਇਸ ਤਰ੍ਹਾਂ ਉਹਨੂੰ ਪਕਾਉਂਦੇ ਨੇ ਇੱਟਾਂ। ਉਹਨੇ ਪਿੰਡ ਦੇ ਨਾਲ ਹੀ ਨਾ ਉਹਦੀ ਆਪਣੀ ਜ਼ਮੀਨ ਦੇ ਵਿੱਚ ਹੀ ਉਹਨੇ ਉਹ ਭੱਠੀ ਬਣਾਈ। ਅਤੇ ਉਹ ਘਰ ਆ ਗਿਆ, ਕਹਿੰਦਾ ਚਾਚਾ ਮਾਰਿਆ ਗਿਆ ਮੈਂ ਕਿਉਂ? ਆਂਦਾ ਬਿੱਲੇ ਬੱਟ ਨੇ ਲਾਇਆ ਸੀ ਡੇਰਾ ਸਾਡੇ ਡੇਰਿਆਂ ਕੋਲ। ਆਂਦਾ ਬਿੱਲੇ ਬੱਟ ਦਾ ਬੰਦਾ ਆਇਆ ਮੇਰੇ ਕੋਲ ਭੱਠੀ 'ਤੇ, ਅਤੇ ਉਹਨੇ ਆਖਿਆ 2.5 ਲੱਖ ਰੁਪਈਆ ਕੱਢ ਦੇ, ਅੱਜ ਕੱਲ੍ਹ ਅਤੇ ਪਰਸੋਂ ਡੈਡ ਲਾਣ ਤੇਰੇ, ਅਤੇ ਨਹੀਂ ਤਾਂ ਤੂੰ ਗਿਆ। ਉਹ ਬੰਦਾ ਮਾਰਦੇ ਹਨ ਉੱਥੇ ਸੁੱਟ ਛੱਡਦੇ ਹਨ, ਉਹਨੂੰ ਉਹ ਕੋਈ ਹੈ ਹੀ ਨਹੀਂ ਸੀ ਗੱਲ, ਕੋਈ ਪਰਚਾ ਨਾ, ਕੋਈ ਕਿੱਸਾ ਨਾ, ਕੁਛ ਵੀ ਨਾ, ਕੋਈ ਕਹਾਣੀ ਨਹੀਂ ਸੀ। ਮੈਂ ਤਾਂ ਅੱਲਾ ਦੀ ਪਾਕ ਤੋਂ, ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਖੁਦਾ ਦੀ ਕਸਮ ਮੇਰਾ ਕੋਈ ਹਿੱਸਾ ਨਹੀਂ। ਅੱਲਾ ਦੀ ਜ਼ਾਤ ਨੇ ਸਾਰਾ ਕੁਛ ਮਤਲਬ ਕਿ ਉਸ ਆਪਣੇ ਬਰਗਜ਼ੀਦਾ ਦੀ ਮੁਹੱਬਤ ਅਤੇ ਉਹਦੇ ਪਿਆਰ ਅਤੇ ਉਹਦੇ ਨਾਲ ਵਾਅਦਾ ਜਿਹੜਾ ਕਿ ਮੈਂ ਤੇਰੀ ਤਬਲੀਗ ਕੋ ਜ਼ਮੀਨ ਕੇ ਕਿਨਾਰੇ ਤੱਕ ਪਹੁੰਚਾਉਂਗਾ,
ਉਹਨੇ ਆਪੇ ਸਾਰੇ ਕੰਮ ਕੀਤੇ। ਤੇ ਉਹ ਮੈਂ ਆਖਿਆ ਕਿ ਯਾਇਆ ਉਹ ਮੈਂ ਕੀ ਕਰਾਂ ਤੇਰਾ, ਉਹ ਮੈਂ ਤੇ ਆਪ ਹੀ ਖਤਰੇ 'ਚ ਬੈਠਾ ਹੈਂ। ਤੇ ਉਹ ਤੈਨੂੰ ਪਤਾ ਨਹੀਂ ਉਹ ਕਿਹਦਾ ਯਾਰ ਹੈ। ਉਹ ਸਾਰੇ ਆਂਦਾ ਮੈਨੂੰ ਪਤਾ ਹੈ। ਤੇ ਫਿਰ ਹੁਣ ਮੈਂ ਉਹ ਪੈਸੇ ਕਿੱਥੋਂ ਦਿਆਂ, ਮੈਨੂੰ ਤਾਂ ਉਹਨੇ ਮਾਰ ਛੱਡਣਾ। ਤੇ ਨਾਲ ਮੈਨੂੰ ਆਖਣ ਲੱਗਾ ਇੱਕ ਗੱਲ ਹੈ, ਤੇਰਾ ਦੋਸਤ ਹੈ ਗੁਲਾਮ ਨਬੀ ਸੌਦਾਗਰਪੁਰੇ ਵਾਲਾ, ਤੇ ਉਹਦੇ ਕੋਲ ਇਹ ਜਾਂਦਾ ਬਿੱਲਾ ਬੱਟ। ਮੈਂ ਪੱਕੀ ਗੱਲ ਹੈ, ਮੈਂ ਪੱਕੀ ਗੱਲ। ਮੈਂ ਚੱਲ ਕੱਢ ਮੋਟਰਸਾਈਕਲ। ਉਹਨੇ ਮੋਟਰਸਾਈਕਲ ਕੱਢੀ, ਮੈਂ ਪਿੱਛੇ ਬੈਠਾ। ਅਸੀਂ ਨਾ ਉਹ ਪਿੰਡ ਕਿਲੇ ਕਾਲਰ ਵਾਲੇ ਤੋਂ ਅਗਲੇ ਪਾਸੇ ਸੌਦਾਗਰਪੁਰਾ, ਉਹ ਡੇਰਾ ਚੋਰੀ ਗੁਲਾਮ ਨੇ। ਤੇ ਮੇਰਾ ਉਹ ਯਾਰ ਵਪਾਰੀ ਨਾ ਡੰਗਰ ਬੱਚੇ ਜਿਹੜੇ ਮੰਡੀਆਂ 'ਚ ਖੜਦੇ ਨੇ, ਉਹ ਇਸ ਕਿਸਮ ਦਾ ਹੈ। ਤੇ ਉਹਦੇ ਕੋਲ ਗਏ ਤੇ ਉਹ ਸਲਾਮ ਲਈ, ਕੀ ਹਾਲ ਹੈ ਤੁਹਾਡਾ, ਠੀਕ ਠਾਕ? ਮੈਂ ਠੀਕ ਠਾਕ, ਤੁਸੀਂ ਸੁਣਾਓ ਚੌਧਰੀ ਸਾਹਿਬ? ਮੈਂ ਤਾਂ ਠੀਕ ਹਾਂ। ਸੁਣਿਆ ਤੁਹਾਡੇ ਇਲਾਕੇ 'ਚ ਬਿੱਲਾ ਬੱਟ ਗਿਆ ਹੈ, ਤੰਗ ਤਾਂ ਨਹੀਂ ਕੀਤਾ ਉਹਨੇ ਤੈਨੂੰ? ਮੈਂ ਕਿਹਾ ਨਹੀਂ, ਮੈਂ ਘੱਲਿਆ ਸੀ ਫਾਕੂ ਨੂੰ, ਫਾਕੂ ਸ਼ਫਾਕਤ ਉਹਦੇ ਮੁੰਡੇ ਦਾ ਨਾਂ ਸੀ। ਮੈਂ ਘੱਲਿਆ ਸੀ ਫਾਕੂ ਨੂੰ, ਮੈਂ ਉਹਨੂੰ ਦੱਸ ਕੇ ਆ ਉੱਲੂ ਦੇ ਪੱਠੇ ਨੂੰ ਕਿ ਉੱਥੇ ਇੱਕ ਸਾਡਾ ਬੰਦਾ ਵੀ ਰਹਿੰਦਾ ਹੈ। ਹਾਂਜੀ, ਤੇ ਉਹ ਫਾਕੂ ਆ ਗਿਆ ਸੀ ਉਹਨੂੰ। ਹੁਣ ਇਹ ਆਇਆ ਸੀ ਪਰਸੋਂ ਇੱਥੇ, ਤੇ ਮੈਨੂੰ ਆਂਦਾ ਸੀ ਬੰਦਾ ਉਹੀ ਹੈ ਨਾ ਤੁਹਾਡਾ ਜਿਹਦੀ ਛੱਤ 'ਤੇ ਡਿਸ਼ ਲੱਗੀ ਹੈ? ਤੇ ਮੈਂ ਆਖਿਆ ਆਹੋ ਉਹੀ। ਉਹਨੂੰ ਮੈਂ ਵੇਖਿਆ ਚੰਗੀ ਭਲਾ ਹੁੰਦੇ ਜਾਂਦੇ, ਹਾਲਾਂ ਮੈਂ ਨਹੀਂ ਵੇਖਿਆ ਉਹਨੂੰ, ਮੈਂ ਉਹਨੂੰ ਜਾਣਨਾ ਚੰਗੀ ਤਰ੍ਹਾਂ ਚਾਚਾ। ਉਹ ਮਹਿਫੂਜ਼ ਰਹੇਗਾ, ਉਹ ਜਿੰਨੇ ਮਰਜ਼ੀ ਉਹਦੇ ਦੁਸ਼ਮਣ ਹੋਣ, ਮੈਂ ਮੇਰੇ ਵੱਲੋਂ ਨਹੀਂ ਤਕਲੀਫ ਆਈ। ਮੈਂ ਕਿਹਾ ਉਹ ਮੋਲਾ ਮੈਂ ਕਿਤੇ ਸੁੱਤਾ ਤੇ ਤੂੰ ਰਾਖੀਆਂ ਕਰਨਾ। ਉਹ ਯਾਈ ਇਹਦੇ ਮਤਲਬ ਦੱਸਿਆ। ਤੇ ਉਹਨੇ ਆਖਿਆ ਕਿ ਉਸ ਕਮਰੇ ਦੇ ਵਿੱਚ ਅੰਦਰ ਸੁੱਤਾ ਹੈ, ਤੇ ਉੱਠਦਾ ਤੇ ਮੈਂ ਉਹਨੂੰ ਆਖ ਲਾਂਗਾ ਨਹੀਂ ਲਏਗਾ ਪੈਸੇ ਯਾਈਏ ਕੋਲ, ਤੇਰਾ ਕੁਝ ਲੱਗਦਾ ਮੈਂ ਮੇਰਾ ਭਤੀਜਾ, ਨਹੀਂ ਲਏਗਾ। ਬਈ ਉਹ ਤਾਂ ਟੋਰ ਹੈ। ਬਿੱਲਾ ਬੱਟ ਉੱਥੇ ਰਿਹਾ 17 ਦਿਨ। ਹਾਂਜੀ, ਸਾਡੇ ਬਾਰ ਪਿੰਡ ਤੋਂ ਘਰ ਦੇ ਸਾਹਮਣੇ ਪਏ ਦੇ ਵਿੱਚ ਜਿਹੜਾ ਮਰਜ਼ੀ ਆਉਂਦਾ ਹੁੰਦਾ ਇਹਨੂੰ ਲੰਬਿਆਂ ਭਾਗ ਉੱਤੇ ਪਿਸਤੌਲ ਤਾਣ ਕੇ ਖਲੋਤੇ ਹੁੰਦੇ ਹਨ। ਉਹ ਕੱਢ ਦੋ ਜੋ ਜਾਂ ਮੋਟਰਸਾਈਕਲ ਜਾਂ ਕੋਈ ਚੀਜ਼ ਦਕੇਟੀਆਂ ਕਰਦੇ ਹਨ, ਕਣਕਾਂ ਜਾੜਦੇ ਹਨ। ਸਾਡੇ ਬੰਨੇ ਨਾਲ ਬੰਨਾ ਹਕੀਕਤ ਜਾਣੋ, ਉਹ ਮਜਾਲ ਹੈ ਜੇ ਘੋੜੀ ਸਾਡੇ ਬੰਨੇ ਤੋਂ ਇੱਧਰ ਹੋਏ ਜਾਂ ਕਿਸੇ ਪਾਸੇ। ਤੇ ਇਹ ਮੇਰੀ ਉਹਦੇ ਨਾਲ ਕੋਈ ਗੱਲ ਹੈ ਵੇ ਵਾਲਾ, ਮਤਲਬ ਕਿ ਖੁਦਾ ਤੋਂ ਬਗੈਰ। ਹਾਂ, ਇੱਕ ਛੋਟਾ ਜਿਹਾ ਸਵਾਲ ਹੈ ਕਿ ਅਹਿਮਦੀਅਤ ਬੜੀ ਵੱਡੀ ਦੌਲਤ ਹੈ, ਬੜੀ ਨਿਅਮਤ ਹੈ, ਤੇ ਅੱਲਾਹ ਤਾਲਾ ਐਵੇਂ ਤਾਂ ਨਹੀਂ ਹਰ ਕਿਸਮ ਦੇ ਛੱਡਦਾ। ਤੁਸੀਂ ਕਦੀ ਗੌਰ ਕੀਤਾ ਹੈ, ਕੀ ਜ਼ਿਹਨ 'ਚ ਆਇਆ ਕਿ ਕਿਹੜੀ ਨੇਕੀ ਸੀ ਤੁਹਾਡੀ ਜਿਹੜੀ ਅੱਲਾਹ ਨੇ ਉਹਨੂੰ ਪਸੰਦ ਆਈ ਤੇ ਉਹਦੇ ਬਦਲੇ ਤੁਹਾਨੂੰ ਇਹ ਨਿਅਮਤ ਅਤਾ ਕੀਤੀ ਗਈ? ਮੈਨੂੰ ਜੋ ਲੱਗਦਾ ਨਾ, ਮੈਨੂੰ ਇਹ ਹੀ ਲੱਗਦਾ ਕਿ ਮੈਨੂੰ ਨਾ ਅੱਲਾਹ ਤਾਲਾ ਨੇ ਉਹ ਭਰੋਸਾ ਆਪਣੀ ਜ਼ਾਤ ਦੇ ਉੱਤੇ ਜਿਹੜਾ ਦਿੱਤਾ ਨਾ, ਪਹਿਲਾਂ ਸ਼ੁਰੂ ਦੇ ਵਿੱਚ ਹੀ, ਕਿ ਆਪਣੀ ਮਾਂ ਨੂੰ ਮਤਲਬ ਹੈ ਕਿ ਮੈਂ ਮਨਾ ਕੀਤਾ ਕਿ ਮੇਰੇ ਬੱਚਿਆਂ ਵਾਸਤੇ ਪੀਰ ਕੋਲ ਨਹੀਂ ਕਿਸੇ ਕੋਲ ਜਾਣਾ, ਸ਼ਿਰਕ ਨਹੀਂ ਕਰਨਾ। ਹਾਂਜੀ, ਤੇ ਦੂਸਰਾ ਮੈਂ ਆਪਣੇ ਮਾਂ ਤੇ ਪਿਓ ਬਹੁਤ ਕਮੀਆਂ ਰਹੀਆਂ ਨੇ, ਬਹੁਤ ਹੀ ਕਮੀਆਂ ਰਹੀਆਂ ਨੇ, ਬੇਹਿਸਾਬ ਕਮੀਆਂ ਰਹੀਆਂ ਨੇ। ਲੇਕਿਨ ਲੋਕਾਂ ਦਾ ਇੰਪਰੈਸ਼ਨ ਇਹ ਸੀ ਕਿ ਮੁਹੰਮਦੀ ਲੰਬੜਦਾਰ ਇੱਕ ਸਾਡੇ ਪਿੰਡ ਦਾ ਸੀ, ਉਹ ਆਪਣੇ ਮੁੰਡਿਆਂ ਨੂੰ ਨਸੀਹਤ ਕਰਦਾ ਹੁੰਦਾ ਸੀ। ਅੱਲਾਹ ਦਿੱਤੇ ਦੇ ਮਾਂ ਪਿਓ, ਅੱਲਾਹ ਦਿੱਤੇ ਦਾ ਵੇਖਿਓ ਜੇ ਕਿ ਉਹਨੇ ਮਾਂ ਪਿਓ ਨੂੰ ਦੀ ਕੀ ਖਿਦਮਤ ਕੀਤੀ ਹੈ, ਉਹ ਬਣਿਓ ਜੇ। ਮੈਂ ਉਹ ਸਮਝਦਾ ਕਿ ਮੇਰੇ ਕੋਲ ਬੜੀਆਂ ਕਤਾਈਆਂ ਆਈਆਂ, ਮਾਂ ਪਿਓ ਤੇ ਇੱਕ ਉਹ ਜਿਹੜਾ ਉਹ ਮਤਲਬ ਕਿ ਸ਼ੇਰ ਕੋਲ ਹੋਰ ਮੇਰੇ ਕੋਲ ਬਾਕੀ ਕੋਈ ਚੀਜ਼ ਮਤਲਬ ਕਿ ਮੈਨੂੰ ਯਾਦ ਹੀ ਨਹੀਂ ਕਿ ਮੈਂ ਕੋਈ ਏਡੀਆਂ ਨੇਕੀਆਂ ਜਾਂ ਇਹ ਕੋਈ ਕੀਤਾ ਹੀ ਨਹੀਂ। ਹਾਂਜੀ, ਦੂਸਰਾ ਇੱਕ ਚੀਜ਼ ਹੈ ਕਿ ਮੇਰੇ ਸਾਹਮਣੇ ਕਿਸੇ ਨੂੰ ਤਕਲੀਫ ਪਹੁੰਚੇ ਨਾ, ਕਿਸੇ ਪਰਿੰਦੇ ਨੂੰ ਵੀ ਪਹੁੰਚੇ, ਕਿਸੇ ਡੰਗਰ ਨੂੰ ਵੀ ਪਹੁੰਚੇ, ਕਿਸੇ ਹਵਾਨ ਨੂੰ ਵੀ ਪਹੁੰਚੇ, ਤਾਂ ਮੈਂ ਉਹਦੀ ਜ਼ਰੂਰ ਕੋਸ਼ਿਸ਼ ਕਰਨਾ ਕਿ ਮੈਂ ਇੰਨੇ ਜੋਗਾ ਹੈ ਵਾਂ ਕਿ ਮੈਂ ਇਹ ਜ਼ਰੂਰ ਹੈ। ਮਤਲਬ ਬਾਕੀ ਕੁਛ ਵੀ ਨਹੀਂ, ਇੰਨਾ ਹੈ ਮੈਨੂੰ ਜੋ ਲੱਗਦਾ ਮਹਿਸੂਸ ਹੁੰਦਾ, ਥੋੜ੍ਹਾ ਪਤਾ, ਇਹਦੇ ਇਲਾਵਾ ਨਹੀਂ ਕੁਛ, ਬਾਕੀ ਕੋਈ ਨਹੀਂ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਵਕਤ ਦਾ। ਅੱਲਾਹ ਤਾਲਾ ਤੁਹਾਡੀ ਸਿਹਤ ਤੇ ਉਮਰ ਦੀ ਬਰਕਤ ਦੇਵੇ। ਖੁਦਾ ਤਾਲਾ ਕਰੇ ਕਿ ਇਹ ਜਿਹੜਾ ਇੰਟਰਵਿਊ ਜਿਹੜੀਆਂ ਗੱਲਾਂ ਨੇ, ਇਹ ਜਿਹੜੇ ਸੁਣਨ ਵਾਲੇ ਨੇ ਉਹਨਾਂ ਦੇ ਵਾਸਤੇ ਬਹੁਤ ਜ਼ਿਆਦਾ ਮੁਫੀਦ ਹੋਣ, ਅਹਿਮਦੀਆਂ ਦੇ ਇਮਾਨ ਤੇ ਇਜ਼ਾਫੇ ਦਾ ਬਾਇਸ ਹੋਣ, ਜਿਹੜੇ ਦੇਖਣ ਵਾਲੇ ਨੇ ਗੈਰ ਅਹਿਮਦੀ, ਸਹੀ ਫਿਤਰਤ, ਨੇਕ ਫਿਤਰਤ
اللہ تعالیٰ بہت شکریہ، بہت شکریہ۔ ربنا تقبل منا انک انت السمیع العلیم، اللہم صلی علی محمد وعلی آل محمد وبارک وسلم انک حمید مجید۔